ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਘ ਮੱਝਨ ਸੰਗ ਸਾਧੂਆਂ, ਤੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨ ਮੋਹੀਐ, ਬਿਨਸੈ ਲੋਭ ਸੁਆਨ। ਸੱਚੇ ਮਾਰਗ ਚਲਦਿਆਂ, ਉਸਤਤ ਕਰੈ ਜਹਾਨ। ਅਠ ਸਠ ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਜਿਸਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁਚੇ ਸੇ ਕੰਢੀਐ, ਜਿਨ ਪੂਰਾ ਗੁਰ ਮਿਹਰਬਾਨ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁਚੇ ਸੇ ਕੰਢੀਐ, ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਬਰ ਛਤਰ ਤਖਤ ਦੇ ਮਾਲਿਕ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ, ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਸਤਸੰਗਤ ਵਿੱਚ ਜੁੜ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਮਾਘ ਦਾ ਮਹੀਨਾ ਜੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਪਾਵਨ ਉਪਦੇਸ਼ ਆਪਾਂ ਸਰਵਣ ਕੀਤਾ ਹੈ, ਇਸ ਸਮੇਂ ਦੀ ਵੰਡ ਅਨੁਸਾਰ ਜਿਵੇਂ ਜਿਵੇਂ ਸੂਰਜ ਆਪਣੀ ਰਾਸ ਤਬਦੀਲ ਕਰਦਾ ਹੈ, ਤਿਵੇਂ ਤਿਵੇਂ ਵੈਦਰ ਉੱਤੇ, ਮੌਸਮ ਉੱਤੇ ਉਸ ਦਾ ਅਸਰ ਹੁੰਦਾ ਹੈ। ਔਰ ਜਦੋਂ ਸੂਰਜ ਇੱਕ ਰਾਸ ਤਬਦੀਲ ਕਰਦਾ ਹੈ, ਉਹਨੂੰ ਲੋਕ ਸੰਗਰਾਂਦ ਮਨਾਉਂਦੇ ਨੇ।
ਸੰਕਰਾਂਤ ਸ਼ਬਦ ਤੋਂ ਸੰਗਰਾਂਦ ਸ਼ਬਦ ਬਣਿਆ। ਤਿੰਨ ਅੱਖਰਾਂ ਦਾ ਮੇਲ ਹੈ ਸੰਕਰਾਂਤ। ਸੱਸੇ ਦਾ ਅਰਥ ਵਿਦਵਾਨਾਂ ਨੇ ਕੀਤਾ ਸੂਰਜ, ਕ੍ਰਾਂਤੀ ਦਾ ਅਰਥ ਕੀਤਾ ਤਬਦੀਲੀ। ਧਰਤੀ ਘੁੰਮ ਰਹੀ ਹੈ, ਇਸ ਗੱਲ ਦਾ ਗਿਆਨ ਅੱਜ ਹਰ ਇੱਕ ਬੱਚੇ ਨੂੰ ਹੈ। ਜਦੋਂ ਧਰਤੀ ਘੁੰਮਦੀ ਹੈ, ਸੂਰਜ ਦੀ ਦਿਸ਼ਾ ਬਦਲਦੀ ਹੈ, ਉਹਨੂੰ ਰਾਸ ਬਦਲਣਾ ਕਹਿੰਦੇ ਨੇ। ਹਿੰਦੁਸਤਾਨ ਦੇ ਅੰਦਰ, ਭਾਰਤ ਵਰਸ਼ ਦੇ ਅੰਦਰ ਲੋਕ ਸੰਗਰਾਂਦ ਨੂੰ ਵਿਸ਼ੇਸ਼ ਕਰਕੇ ਮਨਾਉਂਦੇ ਸਨ। ਪਾਤਸ਼ਾਹ ਨੇ ਉਪਦੇਸ਼ ਦਿੱਤਾ, ਭਾਈ ਬਾਹਰੀ ਤੌਰ ਤੇ ਇਹ ਤੇ ਸਦਾ ਹੀ ਚੱਲਦਾ ਰਹੇਗਾ। ਰਾਸ ਬਦਲਣ ਨਾਲ ਮੌਸਮ ਤਬਦੀਲ ਹੋ ਸਕਦਾ ਹੈ। ਸੂਰਜ ਦੀ ਦਿਸ਼ਾ, ਧਰਤੀ ਦੀ ਦਿਸ਼ਾ ਬਦਲਦੀ ਹੈ, ਮੌਸਮ ਤਬਦੀਲ ਹੁੰਦਾ ਹੈ। ਪਰ ਜੇ ਮਨੁੱਖ ਚਾਹੁੰਦਾ ਮੈਨੂੰ ਸੁੱਖ ਪ੍ਰਾਪਤ ਹੋਵੇ, ਮੇਰਾ ਜੀਵਨ ਜਨਮ ਸਫਲ ਹੋਵੇ, ਇਸ ਬੰਦੇ ਨੂੰ ਵੀ ਆਪਣੇ ਮਨ ਦੀ ਰਾਸ ਬਦਲਣੀ ਪਏਗੀ। ਮਨੁੱਖ ਨੂੰ ਵੀ ਆਪਣੇ ਮਨ ਦਾ ਸੁਭਾਅ ਬਦਲਣਾ ਪਏਗਾ। ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ, ਸੰਗਰਾਂਦ ਦੀ ਵੈਸੇ ਗੁਰਮਤ ਵਿੱਚ ਕੋਈ ਵਿਸ਼ੇਸ਼ਤਾ ਨਹੀਂ ਹੈ, ਕਿਉਂਕਿ ਸਾਰੇ ਦਿਨ ਬਰਾਬਰ ਨੇ। ਕੋਈ ਵੀ ਚੰਗਾ ਮਾੜਾ ਦਿਨ ਨਹੀਂ। ਪਾਤਸ਼ਾਹ ਨੇ ਸਾਨੂੰ ਇਹਨਾਂ ਵਹਿਮਾਂ ਭਰਮਾਂ ਤੋਂ ਕੱਢਿਆ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਬਹੁਤ ਘੱਟ ਰੂਪ ਵਿੱਚ ਖੰਡਨ ਕੀਤਾ ਗਿਆ ਹੈ ਔਰ ਨਾਲ ਮੰਡਨ ਜ਼ਿਆਦਾ ਕੀਤਾ ਹੈ। ਜੇ ਕਿਤੇ ਖੰਡਨ ਦੀ ਗੱਲ ਚੱਲੀ ਵੇ, ਇਹ ਸਹੀ ਨਹੀਂ ਹੈ, ਪਰ ਨਾਲ ਪਾਤਸ਼ਾਹ ਨੇ ਮੰਡਨ ਕੀਤਾ ਵੀ ਕਰਨਾ ਕੀ ਹੈ। ਇਹ ਨਹੀਂ ਕਿਹਾ ਵੀ ਸੰਗਰਾਂਦ ਦੀ ਕੋਈ ਵਿਸ਼ੇਸ਼ਤਾ ਨਹੀਂ, ਲੋਕਾਂ ਨੂੰ ਖਾਲੀ ਤੋੜਿਆ ਨਹੀਂ ਹੈ। ਪਾਤਸ਼ਾਹ ਨੇ ਉਹਦੇ ਰਾਹੀਂ ਜੋੜ ਦਿੱਤਾ ਹੈ, ਹੇ ਭਾਈ, ਜੇ ਤੂੰ ਰੱਬ ਦੇ ਨਾਮ ਨਾਲ ਜੁੜ ਜਾਏ, ਫਿਰ ਤੇਰਾ ਜੀਵਨ ਜਨਮ ਸੁਖੀ ਤੇ ਸਫਲ ਹੋ ਸਕਦਾ ਹੈ। ਕਿਉਂਕਿ ਕੋਈ ਵੀ ਦਰਖਤ ਜੇ ਜੜ ਨਾਲੋਂ ਅਲੱਗ ਹੋ ਜਾਏ, ਉਹਦੇ ਪੱਤਿਆਂ ਨੂੰ ਬਹੁਤੀ ਦੇਰ ਹਰਾ ਨਹੀਂ ਰੱਖਿਆ ਜਾ ਸਕਦਾ। ਜੇ ਕੋਈ ਕਵੇ ਪੱਤਿਆਂ ਨੂੰ ਪਾਲਿਸ਼ ਕਰਕੇ, ਹਰਾ ਰੰਗ ਕਰਕੇ ਉਹਨੂੰ ਹਰਾ ਰੱਖ ਲਈਏ, ਤਾਂ ਸਾਧ ਸੰਗਤ ਉਹ ਸਿਰਫ ਬਾਹਰੀ ਤੌਰ ਤੇ ਪਾਲਿਸ਼ ਹੋਏਗੀ। ਜੜ ਤੋਂ ਟੁੱਟਿਆ ਹੋਇਆ ਦਰਖਤ, ਉਹਦੇ ਪੱਤੇ ਟਾਹਣੀਆਂ ਬਹੁਤੀ ਦੇਰ ਹਰਾ ਨਹੀਂ ਰਹਿ ਸਕਦੀਆਂ, ਉਹ ਲੋਕਾਂ ਨੂੰ ਆਕਸੀਜਨ ਨਹੀਂ ਦੇ ਸਕਦੇ। ਇੱਦਾਂ ਮੂਲ ਤੋਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਤੋਂ ਟੁੱਟਿਆ ਹੋਇਆ ਮਨੁੱਖ ਬਾਹਰੀ ਤੌਰ ਤੇ ਜਿੰਨੇ ਮਰਜ਼ੀ ਕਰਮ ਧਰਮ ਪਖੰਡ ਕਰੇ, ਬਾਹਰੀ ਤੌਰ ਤੇ ਜਿੰਨੇ ਮਰਜ਼ੀ ਤੀਰਥਾਂ ਤੇ ਕਵੇ ਮੈਂ ਮਾਘ ਦੇ ਮਹੀਨੇ ਤੀਰਥ ਤੇ ਨਹਾ ਕੇ ਆਉਣਾ, ਮੈਂ ਸੁਖੀ ਹੋ ਜਾਵਾਂਗਾ, ਇਸ ਤਰ੍ਹਾਂ ਲੋਕ ਸੁਖੀ ਨਹੀਂ ਹੋਣਗੇ। ਇਸੇ ਲਈ ਪਾਤਸ਼ਾਹ ਨੇ ਫਿਰ ਸਹੀ ਰਾਹ ਦੱਸਿਆ, ਭਾਈ ਮਾਘ ਦੇ ਮਹੀਨੇ ਕੀ ਕਰਨਾ ਹੈ, ਤੈਨੂੰ ਦੁਨੀਆ ਵਿੱਚ ਉਸਤਤ ਵਡਿਆਈ ਵੀ ਮਿਲੇ, ਤੇਰਾ ਜੀਵਨ ਵੀ ਸਫਲ ਹੋ ਜਾਏ। ਖਾਲੀ ਤੀਰਥਾਂ ਤੇ ਨਾ ਨਹਾਈ। ਪਾਤਸ਼ਾਹ ਨੇ ਕਿਹਾ ਜਪਣ ਵਾਲਿਆਂ ਦੀ ਸੰਗਤ ਕਰ, ਉਹਨਾਂ ਦੀ ਚਰਨ ਧੂੜ ਮੰਗ, ਬੰਦਗੀ ਵਾਲਿਆਂ ਦੀ ਸੇਵਾ ਕਰ, ਜੀਵਾਂ ਉੱਤੇ ਦਇਆ ਕਰ। ਇਹ ਸਭ ਤੋਂ ਵੱਡਾ ਪੁੰਨ ਹੋਏਗਾ। ਔਰ ਜੇ ਤੂੰ ਚਾਹੁੰਦੇ ਜਹਾਨ ਵਿੱਚ, ਦੁਨੀਆ ਵਿੱਚ ਤੇਰੀ ਉਸਤਤ ਹੋਵੇ, ਫਿਰ ਆਪਣੇ ਕਰਮ ਸੁਧਾਰ, ਆਪਣੇ ਕਰਮ ਚੰਗੇ ਕਰ। ਇਸ ਲਈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ 12 ਮਾਹ ਦੇ 14 ਸ਼ਬਦ ਉਚਾਰਨ ਕੀਤੇ, ਜਿਨ੍ਹਾਂ ਵਿੱਚੋਂ 2 ਸ਼ਬਦਾਂ ਦਾ ਮਹੀਨਿਆਂ ਨਾਲ ਕੋਈ ਸੰਬੰਧ ਨਹੀਂ ਹੈ, ਪਰ 12 ਮਹੀਨਿਆਂ ਦੇ ਨਾਲ 12 ਉਪਦੇਸ਼ ਸ਼ਬਦ ਨਾਲ ਜ਼ਰੂਰ ਹੈ। ਪਹਿਲੇ ਸ਼ਬਦ ਵਿੱਚ ਅਰਦਾਸ ਹੋਏਗੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। 14ਵੇਂ ਸ਼ਬਦ ਵਿੱਚ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰਪੂਰਾ ਰੱਧਿਆ ਦਰਗਾ ਸੱਚ ਖਰੇ,
ਅੱਜ ਮਹਾਰਾਜ ਮਾਘ ਦੇ ਮਹੀਨੇ ਦਾ ਉਪਦੇਸ਼ ਦਿੰਦੇ, ਭਾਈ ਕੋਈ ਵੀ ਦਿਨ ਚੰਗਾ ਮਾੜਾ ਨਹੀਂ ਹੈ। ਸਾਡੇ ਮਨ ਵਿੱਚੋਂ ਭਰਮ ਕੱਢਿਆ, ਕਿਉਂਕਿ ਮਨੁੱਖ ਨੂੰ ਭਰਮ ਰਹਿੰਦਾ ਹੈ। ਕਿਸੇ ਕੰਮ ਵਾਸਤੇ ਚੱਲਿਆ, ਮਨ 'ਚ ਭੁਲੇਖਾ ਹੈ, ਬਿੱਲੀ ਨੇ ਰਸਤਾ ਕੱਢ ਦਿੱਤਾ, ਹੁਣ ਕੰਮ ਵਿਗੜ ਜਾਏਗਾ। ਬਿੱਲੀ ਤਾਂ ਇੱਕ ਜੂਨ ਵਿੱਚ ਹੈ, ਉਹ ਤਾਂ ਆਪਣਾ ਜਨਮ ਜੀਵਨ ਬਤੀਤ ਕਰ ਰਹੀ। ਬਿੱਲੀ ਦੇ ਰਸਤਾ ਕੱਟਣ ਨਾਲ ਮਨੁੱਖ ਦੇ ਕੰਮ ਵਿਗੜ ਜਾਣ, ਇਹ ਮਨੁੱਖ ਦਾ ਭਰਮ ਹੈ। ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਪੰਡਤ ਆਉਂਦਾ ਹੈ, ਇਤਿਹਾਸ ਕਹਿੰਦਾ, ਉਹਨੇ ਕਿਹਾ ਮਹਾਰਾਜ ਮੈਂ ਵੀ ਕਥਾ ਸੁਣਾਉਣੀ ਹੈ। ਪਾਤਸ਼ਾਹ ਨੇ ਉਹਨੂੰ ਕਿਹਾ ਕੋਈ ਨਹੀਂ, ਸੁਣਾਓ। ਉਹ ਕਈ ਦਿਨ ਆਪਣੇ ਲਿਆਂਦੇ ਹੋਏ ਗ੍ਰੰਥਾਂ ਦੀ ਕਥਾ ਕਰਦਾ ਰਿਹਾ। ਥੋੜ੍ਹੇ ਦਿਨਾਂ ਬਾਅਦ ਕਹਿੰਦਾ ਮਹਾਰਾਜ ਜਿਹੜੇ ਗ੍ਰੰਥ ਮੈਂ ਲਿਆਂਦੇ ਸਨ ਉਹਦੀ ਕਥਾ ਸੰਪੂਰਨ ਹੋ ਗਈ ਹੈ, ਹੁਣ ਮੈਂ ਹੋਰ ਗ੍ਰੰਥ ਲਿਆਉਣੇ ਨੇ। ਪਾਤਸ਼ਾਹ ਪੁੱਛਦੇ ਨੇ ਕਿੱਥੋਂ ਲਿਆਓਗੇ? ਕਹਿੰਦਾ ਜੀ ਮੈਂ ਕੰਛੀ ਜਾਵਾਂਗਾ, ਉੱਥੇ ਸਾਡਾ ਵਿਦਿਅਕ ਕੇਂਦਰ ਹੈ, ਉੱਥੋਂ ਮੈਂ ਸਿੱਖਿਆ ਹੋਇਆ, ਉੱਥੋਂ ਗ੍ਰੰਥ ਲਿਆਵਾਂਗਾ। ਪਾਤਸ਼ਾਹ ਨੇ ਉਹਨੂੰ ਰਸਤੇ ਦਾ ਖਰਚ ਮਾਇਆ ਦਿੱਤੀ। ਪੰਡਤ ਨੇ ਕਿਹਾ ਜੀ ਕੱਲ੍ਹ ਸਵੇਰੇ ਚਲਾ ਜਾਵਾਂਗਾ, 5-4 ਦਿਨਾਂ ਵਿੱਚ ਵਾਪਸ ਆ ਜਾਵਾਂਗਾ। ਹਜ਼ੂਰ ਕੋਲੋਂ ਮਾਇਆ ਲੈ ਕੇ ਉਹ ਚਲਾ ਗਿਆ। ਅਗਲੀ ਸਵੇਰੇ ਉਹਨੇ ਤੁਰਨਾ ਸੀ। ਸਵੇਰੇ ਉੱਠ ਕੇ ਉਹਨੇ ਜਲ ਧਾਰਾ ਕੀਤਾ, 16 ਤਰ੍ਹਾਂ ਦੇ ਤਿਲਕ ਲਾਏ, ਮੰਤਰ ਪੜ੍ਹੇ, ਸ਼ੁਭ ਤੇ ਅਸ਼ੁਭ ਵਕਤ ਵਿਚਾਰਿਆ ਵੀ ਇੰਨੇ ਵਜੇ ਮੈਨੂੰ ਯਾਤਰਾ 'ਤੇ ਤੁਰਨਾ ਚਾਹੀਦਾ। ਜਦੋਂ ਉਹਨੇ ਸ਼ੁਭ ਸਮਾਂ ਵਿਚਾਰ ਕੇ ਯਾਤਰਾ ਦੀ ਤਿਆਰੀ ਕੀਤੀ, ਸਵੇਰੇ 2-2.5 ਘੰਟੇ ਉਹਨੂੰ ਪੂਜਾ ਪਾਠ, ਤਿਲਕ ਲਾਉਣ 'ਤੇ, ਸ਼ੁਭ ਵਿਚਾਰਨ 'ਤੇ ਇੰਨਾ ਵਕਤ ਉਹਦਾ ਲੱਗ ਗਿਆ। ਤਾਂ ਜਦੋਂ ਉਹ ਤੁਰਿਆ, ਕਹਿੰਦੇ ਹਨ ਅਜੇ ਨਗਰ ਤੋਂ ਬਾਹਰ ਨਹੀਂ ਗਿਆ, ਮੋਹਰਿਓਂ ਕੋਈ ਇੱਟਾਂ ਢੋਣ ਵਾਲਾ ਘੁਮਿਆਰ ਗਧਿਆਂ ਨੂੰ ਹੱਕੀ ਜਾ ਰਿਹਾ ਹੈ। ਇੱਕ ਗਧੇ ਨੇ ਉਹਦੇ ਸਾਹਮਣੇ ਆ ਕੇ ਹਿਣਕ ਦਿੱਤਾ। ਜਦੋਂ ਗਧਾ ਹਿਣਕਣ ਲੱਗ ਪਿਆ, ਪੰਡਤ ਜੀ ਵਾਪਸ ਆ ਗਏ। ਸ਼੍ਰੀ ਗੁਰੂ ਪਾਤਸ਼ਾਹ ਸਭ ਕੁਝ ਜਾਣਦੇ ਸਨ, ਅੰਤਰਜਾਮੀ ਸਨ। ਅਗਲੀ ਸਵੇਰ ਮਹਾਰਾਜ ਨੇ ਪੁੱਛਿਆ ਪੰਡਤ ਜੀ ਤੁਸੀਂ ਗਏ ਨਹੀਂ? ਕਹਿੰਦਾ ਜੀ ਕੱਲ੍ਹ ਜਾਣਾ ਸੀ, ਮਹੂਰਤ ਵੀ ਕੱਢਿਆ, ਵਕਤ ਕੱਢਿਆ, ਇੰਨੇ ਵਜੇ ਜਾਣਾ ਹੈ। ਤਾਂ ਜਦੋਂ ਮੈਂ ਜਾਣ ਲੱਗਾ ਉਦੋਂ ਸਾਹਮਣੇੋਂ ਗਧਾ ਹਿਣਕ ਪਿਆ। ਗਧੇ ਦਾ ਹਿਣਕਣਾ ਅਸ਼ੁਭ ਹੈ, ਯਾਤਰਾ ਵਾਸਤੇ ਸਹੀ ਨਹੀਂ ਹੁੰਦਾ, ਇਸ ਲਈ ਮੈਂ ਵਾਪਸ ਮੁੜ ਆਇਆ। ਪਾਤਸ਼ਾਹ ਮੁਸਕਰਾ ਪਏ, ਕਹਿਣ ਲੱਗੇ ਫਿਰ ਇੰਨਾ ਪੂਜਾ ਪਾਠ ਵੀ ਕੀਤਾ, ਮੰਤਰ ਵੀ ਪੜ੍ਹੇ ਨੇ, ਜਲ ਧਾਰਾ ਕੀਤਾ, 16 ਤਰ੍ਹਾਂ ਦੇ ਤਿਲਕ ਲਾਏ, ਫਿਰ ਸਭ ਕੁਝ ਇੰਨਾ ਧਰਮ ਦਾ ਕਰਮ ਕੀਤਾ, ਇਹਦਾ ਮਤਲਬ ਇਸ ਕਰਮ ਨਾਲੋਂ ਤਾਂ ਫਿਰ ਗਧਾ ਜਿਹੜਾ ਉਹ ਤਾਕਤਵਰ ਹੈ। ਉਹਦੇ ਇੱਕ ਵਾਰ ਹਿਣਕਣ ਨਾਲ ਤੇਰੇ ਸਾਰੇ ਹੀ ਮੰਤਰ ਖਤਮ ਹੋ ਗਏ। ਤੇਰੇ ਮੰਤਰਾਂ ਦੀ ਤਾਕਤ ਨਾਲੋਂ ਤਾਂ ਗਧੇ ਦਾ ਹਿਣਕਣਾ ਤਾਕਤਵਰ ਹੈ, ਉਹਨੇ ਤੇਰੇ ਮੰਤਰ ਖਤਮ ਕਰ ਦਿੱਤੇ। ਉਹ ਚੁੱਪ ਕਰ ਗਿਆ। ਹਜ਼ੂਰ ਨੇ ਉਪਦੇਸ਼ ਦਿੱਤਾ, ਕਹਿੰਦੇ ਪੰਡਤ ਜੀ ਉਹ ਤਾਂ ਇੱਕ ਜਾਨਵਰ ਹੈ, ਹਿਣਕਣਾ, ਬੋਲਣਾ, ਦੁੱਖ ਤਕਲੀਫ ਵਿੱਚ ਉਹਦਾ ਸੁਭਾਅ ਹੈ। ਇਸ ਤਰ੍ਹਾਂ ਕੋਈ ਵੀ ਵਕਤ ਸ਼ੁਭ ਅਸ਼ੁਭ ਨਹੀਂ ਹੁੰਦਾ। ਹਾਂ ਇੰਨਾ ਜ਼ਰੂਰ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹਨੂੰ ਨਾਮ ਚੇਤੇ ਹੈ, ਉਹਦੇ ਵਾਸਤੇ ਸਾਰੇ ਹੀ ਮੁਹੂਰਤ ਸਹੀ ਨੇ। ਮਹਾਂ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਪਾਤਸ਼ਾਹ ਨੇ ਕਿਹਾ ਸਾਈ ਘੜੀ ਸੁਲੱਖਣੀ, ਜਿਤ ਪ੍ਰਭਾਵੈ ਚਿੱਤ। ਜਦੋਂ ਰੱਬ ਦਾ ਨਾਮ ਚੇਤੇ ਆ ਰਿਹਾ, ਉਹ ਵਕਤ ਸੋਹਣਾ ਹੈ। ਇਸੇ ਲਈ ਪਾਤਸ਼ਾਹ ਨੇ 12 ਮਾਹਾਂ ਦਾ ਉਪਦੇਸ਼ ਦਿੱਤਾ ਹੈ, ਕੋਈ ਵੀ ਦਿਨ ਸ਼ੁਭ ਅਸ਼ੁਭ ਨਹੀਂ ਹੈ। ਸੰਗਰਾਂਦ ਮਨਾਉਣ ਵਾਲਿਆਂ ਨੂੰ ਉਪਦੇਸ਼ ਦਿੱਤਾ, ਭਾਈ ਮਾਘ ਦੇ ਮਹੀਨੇ ਕੱਲਾ ਤੀਰਥ 'ਤੇ ਨਹਾ ਕੇ ਨਾ ਮੁੜ ਆਇਓ। ਕੀ ਕਰਨਾ ਹੈ? ਅੱਜ ਹਜ਼ੂਰ ਬਖਸ਼ਿਸ਼ ਕਰਦੇ। ਸਾਹਿਬ ਕਹਿੰਦੇ ਮਾਘ ਮੱਝਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਮੱਝਨ ਦਾ ਅਰਥ ਵੀ ਇਸ਼ਨਾਨ ਹੈ। ਮੱਝਨ ਦਾ ਅਰਥ ਵਿਦਵਾਨਾਂ ਨੇ ਟੁੱਬੀ ਇਸ਼ਨਾਨ ਕੀਤਾ ਹੈ। ਜਿਵੇਂ ਲੋਕ ਤੀਰਥਾਂ 'ਤੇ ਨਹਾਉਂਦੇ ਨੇ, ਚੁੱਭੀ ਲਾ ਕੇ ਬਾਹਰ ਆ ਜਾਂਦੇ ਨੇ, ਇੱਦਾਂ ਪਾਤਸ਼ਾਹ ਨੇ ਕਿਹਾ ਜੇ ਤੂੰ ਸਾਧੂਆਂ ਦੀ, ਜਪਣ ਵਾਲੇ ਗੁਰਸਿੱਖਾਂ ਦੀ, ਸਾਧ ਜਨਾਂ ਦੀ ਚਰਨ ਧੂੜ
ਖਿੰਨ ਮਾਤਰ ਸਮੇਂ ਭਾਵ ਮੱਜਨ ਕਰਨ ਦੇ ਸਮੇਂ ਵੀ ਤੂੰ ਮਨ ਕਰਕੇ ਇਸ਼ਨਾਨ ਕਰ ਲੈ, ਉਹਨਾਂ ਦੀ ਚਰਨ ਧੂੜ ਲੈ ਲੈ, ਭਾਵ ਉਹਨਾਂ ਦਾ ਸਨਮਾਨ ਸਤਿਕਾਰ ਕਰੇ, ਮਨ ਨੀਵਾਂ ਹੋ ਜਾਏ, ਜਪਣ ਵਾਲਿਆਂ ਦਾ ਖਿੰਨ ਮੰਤਰ ਵੀ ਅਦਬ ਕਰੇ, ਤਾਂ ਭਾਈ ਤੇਰਾ ਜੀਵਨ ਜਨਮ ਸਫਲ ਹੋ ਸਕਦਾ। ਇਸ ਲਈ ਮਾਘ ਦੇ ਮਹੀਨੇ ਕੀ ਕਰ, ਜਪਣ ਵਾਲਿਆਂ ਦੀ ਸੰਗਤ ਕਰ, ਉਹਨਾਂ ਦੀ ਚਰਨ ਧੂੜ ਭਾਵ ਉਹਨਾਂ ਦਾ ਸਨਮਾਨ ਕਰ। ਇੱਥੋਂ ਤੱਕ ਪਾਤਸ਼ਾਹ ਨੇ ਕਿਹਾ, ਨਾਉ ਧਿਆਨ ਤਿੰਨ ਧਨ ਪੱਲੇ, ਜਿਹੜੇ ਨਾਮ ਧਿਆਉਂਦੇ ਉਹਨਾਂ ਕੋਲ ਨਾਮ ਦਾ ਬਹੁਤ ਧਨ ਹੁੰਦਾ। ਨਾਨਕ ਕਾ ਧਨ ਇਹੀ, ਜੇ ਕੋ ਜੀਓ ਕਹੈ ਉਹਨਾਂ ਨੂੰ, ਤਾਂ ਜਮ ਕੀ ਤਲਵ ਨਾ ਹੋਈ। ਖਿੰਨ ਮਾਤਰ ਸਮੇਂ ਲਈ ਜਪਣ ਵਾਲਿਆਂ ਨੂੰ ਜੇ ਕੋਈ ਹੱਥ ਜੋੜ ਕੇ ਜੀ ਵੀ ਕਹਿ ਦੇ, ਤਾਂ ਜਮ ਉਸ ਬੰਦੇ ਨੂੰ ਤਲਵ ਨਹੀਂ ਕਰ ਸਕਦੇ। ਇੰਨਾ ਵੱਡਾ ਫਲ ਹੈ ਜਪਣ ਵਾਲਿਆਂ ਦੀ ਸੰਗਤ ਕਰਨ ਨਾਲ। ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਪਾਤਸ਼ਾਹ ਫਿਰ ਮਾਘ ਦੇ ਮਹੀਨੇ ਹੋਰ ਕੀ ਕਰਨਾ? ਸਾਹਿਬ ਕਹਿੰਦੇ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਭਾਈ ਰੱਬ ਦਾ ਨਾਮ ਆਪ ਜਪ, ਸੁਣ, ਔਰ ਦੂਜਿਆਂ ਨੂੰ ਨਾਮ ਦੇ ਦਾਨ ਨਾਲ ਜੋੜ, ਆਪ ਵੀ ਜਪ, ਤੇ ਜਿੱਥੇ ਜਾ ਕੇ ਬੈਠੇ ਉੱਥੇ ਵੀ ਤੈਨੂੰ ਯਾਦ ਆਵੇ, ਤੇਰੇ ਕਰਕੇ ਦੂਜੇ ਵੀ ਜਪਣ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਜਾਏ ਵਈਏ ਭਲਾ ਕਹੀਏ, ਜਿੱਥੇ ਜਾਵੇਂ ਉੱਥੇ ਨਾਮ ਦਾ ਦਾਨ ਕਰ। ਆਪ ਜਪ, ਸੁਣ ਤੇ ਦੂਜਿਆਂ ਨੂੰ ਜਪਾ। ਹਰ ਕਾ ਨਾਮ ਧਿਆਏ ਸੁਣ। ਇਸ ਮਾਘ ਦੇ ਮਹੀਨੇ ਦੀ ਦੋ ਇਤਿਹਾਸਕ ਦ੍ਰਿਸ਼ਟਾਂਤ ਨੇ। ਇੱਕ ਤੇ ਮਾਘ ਦੇ ਮਹੀਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਅੱਜ ਦੇ ਦਿਨ ਮਾਘ ਦੇ ਮਹੀਨੇ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਜਿਹੜੀਆਂ 22 ਬਾਰਾਂ ਨੇ, ਉਹਨਾਂ ਵਿੱਚੋਂ ਇੱਕ ਸਭ ਤੋਂ ਛੋਟੀ ਬਾਰ ਹੈ, ਜਿਹਦੇ ਵਿੱਚ ਬਹੁਤ ਕੀਮਤੀ ਸ਼ਬਦ ਨੇ। ਇਹ ਵਾਰ ਬੜੀ ਮਹੱਤਵਪੂਰਨ ਹੈ। ਇਹਨੂੰ ਵਸੰਤ ਦੀ ਵਾਰ ਕਹਿੰਦੇ ਨੇ। ਇਸ ਵਾਰ ਦਾ ਕੀਰਤਨ ਆਰੰਭ ਹੁੰਦਾ। ਕੀਰਤਨੀਏ ਕੀਰਤਨ ਦੀ ਚੌਂਕੀ ਦੀ ਆਰੰਭ ਵਿੱਚ ਵੀ ਪੜ੍ਹਨਗੇ, ਸਮਾਪਤੀ 'ਤੇ ਵੀ ਪੜ੍ਹਨਗੇ। ਇਹ ਵਾਰ ਤਕਰੀਬਨ ਹੋਲੇ ਮਹੱਲੇ ਤੱਕ ਦਰਬਾਰ ਸਾਹਿਬ ਹਰ ਕੀਰਤਨ ਦੀ ਚੌਂਕੀ ਵਿੱਚ ਪੜ੍ਹੀ ਜਾਂਦੀ ਹੈ, ਕਿਉਂਕਿ ਇਹਦੇ ਸ਼ਬਦ ਬੜੇ ਮਹੱਤਵਪੂਰਨ ਨੇ। ਵਸੰਤ ਦੀ ਵਾਰ ਹੈ। ਵਸੰਤ ਦਾ ਵੈਸੇ ਵੀ ਅਰਥ ਇਹ ਹੈ, ਜਦੋਂ ਆ ਕੱਕਰ ਦੀ ਠੰਡ, ਪੋਹ ਦੀਆਂ ਠੰਡਾਂ ਕਰਕੇ, ਕੋਰੇ ਕਰਕੇ, ਧੁੰਦ ਕਰਕੇ ਦਰੱਖਤ ਸੁੱਕ ਜਾਂਦੇ ਹਨ, ਪੱਤੇ ਝੜ ਜਾਂਦੇ ਹਨ। ਫਿਰ ਇੱਕ ਰੁੱਤ ਸ਼ੁਰੂ ਹੁੰਦੀ ਹੈ ਵਸੰਤ ਦੀ, ਜਦੋਂ ਦੁਆਰਾ ਕੁਰੰਬਲਾਂ ਫੁੱਟਦੀਆਂ ਨੇ, ਪੱਤੇ ਲੱਗਦੇ ਨੇ ਦਰੱਖਤਾਂ 'ਤੇ, ਬਨਸਪਤੀ 'ਤੇ, ਫਿਰ ਹਰਿਆਲੀ ਪੈਦਾ ਹੁੰਦੀ ਹੈ। ਪਾਤਸ਼ਾਹ ਨੇ ਕਿਹਾ, ਭਾਈ ਜਿਵੇਂ ਰੁੱਤ ਬਦਲਦੀ ਹੈ, ਝੜੇ ਹੋਏ ਪੱਤੇ ਫਿਰ ਕੁਰੰਬਲਾਂ ਫੁੱਟ ਜਾਂਦੀਆਂ ਨੇ, ਇੱਦਾਂ ਤੇਰੇ ਜੀਵਨ ਵਿੱਚੋਂ ਦੁੱਖ ਮੁੱਕ ਜਾਣਗੇ, ਸੁੱਖਾਂ ਦੀ ਖੁਸ਼ਬੂ ਫਿਰ ਆ ਸਕਦੀ ਹੈ, ਤੇਰੇ ਘਰ ਵਿੱਚ ਫਿਰ ਸੁੱਖਾਂ ਦੀ ਕੁਰੰਬਲਾਂ ਫੁੱਟ ਜਾਣਗੀਆਂ। ਅੰਦਰੋਂ ਸੁੱਕਿਆ ਹੋਇਆ ਰੱਬ ਵੱਲੋਂ ਮਨ ਜਿਹੜਾ ਹੈ ਉਹ ਦੁਬਾਰਾ ਹਰਿਆ ਹੋ ਸਕਦਾ ਹੈ। ਪਰ ਉਹਦੇ ਵਾਸਤੇ ਕੀ ਕਰ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਵਸੰਤ ਦੀ ਵਾਰ ਵੀ ਸ਼ੁਰੂ ਹੋਏਗੀ, ਉਹ ਵੀ ਇਹ ਸ਼ਬਦ ਇੱਥੋਂ ਹੀ ਸ਼ੁਰੂ ਹੋਣਾ ਹੈ। ਵਸੰਤ ਕੀ ਵਾਰ ਮਹਲ ਪੰਜਵਾਂ, ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ, ਕਰਮ ਲਖਨ ਤੇ ਭਾਈ ਹੈ ਇਹ ਰੁੱਤ ਸੁਹਾਈ। ਭਾਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਤੂੰ ਹਰਿਆ ਹੋ ਜਾਏਗਾ। ਇੱਕ ਤੇ ਇਸ ਮਾਘ ਦੇ ਮਹੀਨੇ ਦੀ ਸੰਗਰਾਂਦ ਤੋਂ ਵਸੰਤ ਦੀ ਵਾਰ ਸ਼ੁਰੂ ਹੁੰਦੀ ਹੈ। ਭਾਵ ਹੋਲੇ ਮਹੱਲੇ ਤੱਕ ਉਹ ਵਾਰ ਦਾ ਕੀਰਤਨ ਚੱਲਦਾ ਹੈ। ਜੇ ਕੋਈ ਰੋਜ਼ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੇ, ਉਹਦਾ ਜੀਵਨ ਵੀ ਹਰਿਆ ਭਰਿਆ ਹੋ ਸਕਦਾ ਹੈ। ਇਸ ਲਈ ਮਹਾਰਾਜ ਸੁਣਾਉਣਗੇ, ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ, ਕਰਮ ਲਿਖਨ ਤੇ ਪਾਈਐ ਇਹ ਰੁੱਤ ਸੁਹਾਈ। ਅੱਜ ਮਹਾਰਾਜ ਕਹਿੰਦੇ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ।
ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਵਾਹਿਗੁਰੂ ਦਾ ਨਾਮ ਜਪਣ ਨਾਲ ਤੇਰੇ ਜਨਮ ਦੇ ਕੀਤੇ ਹੋਏ ਕਰਮਾਂ ਦੀ ਮੈਲ ਉਤਰ ਜਾਏਗੀ। ਕਿਉਂਕਿ ਕੋਈ ਵੀ ਬੰਦਾ ਪਰਫੈਕਟ ਨਹੀਂ ਹੈ, ਹਰ ਬੰਦੇ ਨੂੰ ਕਰਮਾਂ ਦੀ ਮੈਲ ਲੱਗੀ ਹੈ। ਕੋਈ ਨਾ ਕੋਈ ਕਰਮ ਮੈਲਾ ਕਰਮ ਹੁੰਦਾ ਹੈ। ਜੀਵਨ ਵਿੱਚ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਮੈਂ ਪਰਫੈਕਟ ਹੈ, ਮੇਰੇ ਤੋਂ ਕਦੇ ਕੋਈ ਮੈਲਾ ਕਰਮ ਨਹੀਂ ਹੋਇਆ, ਕੋਈ ਗਲਤੀ ਨਹੀਂ ਹੋਈ। ਪਾਤਸ਼ਾਹ ਕਹਿੰਦੇ ਜਨਮ ਦੇ ਕੀਤੇ ਹੋਏ ਕਰਮ ਜਿਹੜੇ ਨੇ ਉਹ ਮੈਲੇ ਕਰਮਾਂ ਦੀ ਮੈਲ ਉਤਰ ਜਾਏਗੀ, ਔਰ ਮਨ ਤੇ ਜਾਏ ਗੁਮਾਨ। ਜਪਣ ਵਾਲਿਆਂ ਦੀ ਸੰਗਤ ਕਰਨ ਨਾਲ ਮਨ ਨੀਵਾਂ ਹੋਏਗਾ। ਜਿਹੜਾ ਮਨ ਵਿੱਚ ਗੁਮਾਨ ਹੈ, ਮੇਰੇ ਕੋਲ ਆਹ ਕੁਝ ਬਹੁਤ ਹੈ, ਮੈਂ ਪੜ੍ਹਿਆ ਲਿਖਿਆ ਬਹੁਤ ਹੈ, ਮੇਰੇ ਕੋਲ ਧਨ ਬਹੁਤ ਹੈ, ਮੈਨੂੰ ਅਕਲ ਬਹੁਤ ਹੈ, ਇਹ ਗੁਮਾਨ ਉਤਰ ਜਾਏਗਾ। ਪਾਤਸ਼ਾਹ ਫਿਰ ਨਾਮ ਜਪਣ ਨਾਲ, ਸੰਗਤ ਕਰਨ ਨਾਲ ਮਨ ਦਾ ਗੁਮਾਨ, ਕਰਮਾਂ ਦੀ ਮੈਲ ਉਤਰਨ ਨਾਲ ਕੀ ਹੋਏਗਾ? ਅੱਗੇ ਹਜ਼ੂਰ ਕਹਿੰਦੇ ਕਾਮ ਕ੍ਰੋਧ ਨਾ ਮੋਹੀਐ। ਭਾਈ ਫਿਰ ਤੇਰੇ ਮਨ ਦੇ ਅੰਦਰ ਮੈਲੀਆਂ ਵਿਚਾਰਾਂ ਬੰਦ ਹੋ ਜਾਣਗੀਆਂ, ਤੇਰੇ ਮੈਲੇ ਕਰਮਾਂ ਦੀ ਮੈਲ ਉਤਰ ਜਾਏਗੀ, ਤੈਨੂੰ ਕ੍ਰੋਧ ਆਉਣਾ ਬੰਦ ਹੋ ਜਾਏਗਾ। ਦੋ ਚੀਜ਼ਾਂ ਜੁੜੀਆਂ ਹੋਈਆਂ ਨੇ, ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹੇਗਾ। ਜੇ ਬੰਦੇ ਦੀ ਕਾਮਨਾ ਪੂਰੀ ਹੋ ਜਾਏ ਉਹ ਹੰਕਾਰੀ ਹੋ ਜਾਂਦਾ, ਕਹਿੰਦਾ ਮੈਂ ਕੋਸ਼ਿਸ਼ ਬਹੁਤ ਕੀਤੀ, ਮਿਹਨਤ ਬੜੀ ਕੀਤੀ, ਐਵੇਂ ਥੋੜ੍ਹੀ ਇੱਥੇ ਪਹੁੰਚਿਆ। ਅੱਛਾ, ਜੇ ਕਾਮਨਾ ਪੂਰੀ ਨਾ ਹੋਵੇ ਫਿਰ ਪਾਤਸ਼ਾਹ ਕਹਿੰਦੇ ਕ੍ਰੋਧ ਦੇ ਨਾਲ ਸੜਨ ਲੱਗ ਪੈਂਦਾ। ਫਿਰ ਇਹ ਕਿਸੇ ਦੂਜੇ ਨੂੰ ਦੋਸ਼ ਦਿੰਦਾ, ਫਲਾਨੇ ਦੀ ਵਜ੍ਹਾ ਨਾਲ ਕੰਮ ਵਿਗੜ ਗਿਆ, ਫਲਾਨੇ ਨੇ ਮੇਰਾ ਕੰਮ ਵਿਗਾੜ ਦਿੱਤਾ, ਫਿਰ ਇਹ ਕ੍ਰੋਧੀ ਹੋ ਜਾਂਦਾ। ਪਾਤਸ਼ਾਹ ਕਹਿੰਦੇ ਭਾਈ ਦੋਵਾਂ ਚੀਜ਼ਾਂ ਤੋਂ ਤੈਨੂੰ ਨਿਆਤ ਮਿਲ ਜਾਏਗੀ। ਨਾ ਤੇਰੇ ਮਨ ਦੇ ਅੰਦਰ ਕਾਮਨਾ ਕਰਕੇ ਗੁਮਾਨ ਪੈਦਾ ਹੋਏਗਾ, ਨਾ ਤੇਰੇ ਮਨ ਦੇ ਅੰਦਰ ਕਾਮਨਾਵਾਂ ਪੈਦਾ ਹੋਣਗੀਆਂ, ਨਾ ਤੇਰੇ ਮਨ ਅੰਦਰ ਕ੍ਰੋਧ ਆਏਗਾ ਕਿ ਮੇਰਾ ਕਿਸੇ ਨੇ ਕੰਮ ਵਿਗਾੜ ਦਿੱਤਾ। ਇੱਕ ਜਗ੍ਹਾ ਤੇ ਮਨ ਟਿਕ ਜਾਏਗਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ, ਤਾਂ ਹਉਮੈ ਕਹਿ ਨਾ ਕੋਏ। ਜੋ ਕੁਝ ਹੋ ਰਿਹਾ ਤੇਰਾ ਮਨ ਅੰਦਰੋਂ ਕਹਿਣ ਲੱਗ ਜਾਏਗਾ ਸਭ ਕੁਝ ਹੁਕਮ ਵਿੱਚ ਹੈ। ਮਨ ਅੰਦਰੋਂ ਸਮਝ ਆਏਗਾ ਕਿ ਬੁਰਾ ਨਹੀਂ, ਸਭ ਭਲਾ ਹੀ ਹੈ ਰੇ। ਹਾਰ ਨਹੀਂ ਸਭ ਜਿੱਤ ਹੈ, ਕੋਈ ਘਟਿਆ ਨਹੀਂ ਹੈ, ਸਭ ਕੁਝ ਠੀਕ ਹੈ। ਇਹ ਜੀਵਨ ਵਿੱਚ ਉਤਾਰ ਚੜ੍ਹਾਅ ਚੱਲਦਾ ਰਹਿੰਦਾ ਹੈ। ਅੱਜ ਪਾਤਸ਼ਾਹ ਨੇ ਵਚਨ ਕਹੇ, ਸੰਗਤ ਕਰਨ ਨਾਲ, ਨਾਮ ਜਪਣ ਨਾਲ ਜਦੋਂ ਕਰਮਾਂ ਦੀ ਮੈਲ ਮਾਘ ਦੇ ਮਹੀਨੇ ਭਾਵ ਉਤਰਨ ਲੱਗ ਪਈ, ਉਦੋਂ ਕਾਮ ਕ੍ਰੋਧ ਨਾ ਮੋਹੀਐ, ਬਿਨ ਸੈ ਲੋਭ ਸੁਆਨ। ਤੇਰੇ ਅੰਦਰੋਂ ਲੋਭ ਦੀ ਤੁਲਨਾ ਸੁਆਨ ਨਾਲ ਕੀਤੀ ਹੈ, ਕੁੱਤੇ ਨਾਲ। ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ, ਕਹਿੰਦੇ ਕੁੱਤੇ ਨੂੰ ਜਿੰਨੀ ਮਰਜ਼ੀ ਰੋਟੀ ਪਾ ਦਿਓ, ਉਹ ਅੰਤ ਜਿਹੜਾ ਚੱਕੀ ਦਾ ਆਟਾ ਸਾਫ਼ ਕਰਨ ਵਾਲਾ ਚੀਥਰਾ ਹੁੰਦਾ ਨਾ, ਭਗਤ ਕਬੀਰ ਸਾਹਿਬ ਕਹਿੰਦੇ ਉਹ ਫਿਰ ਜਿਹੜਾ ਸੁਆਨ ਭਾਵ ਕੁੱਤਾ ਹੈ, ਉਹ ਚੱਕੀ ਕਾ ਚੀਥਰਾ ਕਹਾਂ ਲੈ ਜਾਏ। ਰੋਟੀ ਨਾਲ ਨਹੀਂ ਰੱਜਦਾ, ਉਹ ਆਟਾ ਸਾਫ਼ ਕਰਨ ਵਾਲੀ ਚੱਕੀ ਵਾਲਾ ਕੱਪੜਾ ਵੀ ਚੁੱਕ ਕੇ ਲੈ ਜਾਂਦਾ। ਕਹਿਣ ਤੋਂ ਭਾਵ ਹੈ ਜਿਹਦੇ ਅੰਦਰ ਲੋਭ ਪੈਦਾ ਹੋ ਗਿਆ ਉਹਨੂੰ ਸੁਆਨ ਨਾਲ, ਕੁੱਤੇ ਨਾਲ ਤੁਲਨਾ ਦਿੱਤੀ। ਤਾਈਓ ਪਾਤਸ਼ਾਹ ਨੇ ਬਾਣੀ ਅੰਦਰ ਇੱਕ ਸ਼ਬਦ ਦਾ ਸਰਲੇਖ ਇਸ ਤਰ੍ਹਾਂ ਲਿਖਿਆ, ਇੱਕ ਸੁਆਨ ਕਹਿ ਘਰ ਗਾਵਣਾ। ਕਿਉਂਕਿ ਇੱਕ ਸੁਆਨ ਦੋਏ ਸੁਆਨੀ ਨਾਲ ਭਲਕੇ ਭੌਂਕੇ ਸਦਾ ਵਿਆਲ। ਲੋਭ ਇੱਦਾਂ ਦਾ ਕੁੱਤਾ ਹੈ, ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਨ ਬੰਦੇ ਦਾ ਰੱਜਦਾ ਨਹੀਂ ਹੈ। ਪਾਤਸ਼ਾਹ ਨੇ ਕਿਹਾ ਇਸ ਲੋਭ ਤੋਂ ਇੱਕੋ ਚੀਜ਼ ਨਾਲ ਮਨ ਰੱਜਦਾ, ਜੇ ਤੂੰ ਜਪਣ ਲੱਗ ਜਾਏ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਫਿਰ ਤੇਰਾ ਮਨ ਟਿਕ ਜਾਏਗਾ। ਕਿਉਂਕਿ ਮਨ ਇੰਨਾ ਲੋਭੀ ਹੈ। ਸਾਧ ਸੰਗਤ ਜਿਹਨੂੰ ਦਿਨ ਦੀ ਬਜਾਏ ਰਾਤੀ ਵੀ ਕੰਮ ਮਿਲੀ ਜਾਵੇ ਨਾ, ਇਹ ਕਦੇ ਦੁਕਾਨਾਂ ਬੰਦ ਨਾ ਕਰੇ, ਬੰਦਾ ਕਦੇ ਵੀ ਨਾ ਸੌਂਵੇ। ਮੇਰੇ ਇੱਕ ਸੱਜਣ ਹਰ ਰੋਜ਼ ਉਹਨੇ ਨੇਮ ਬਣਾਇਆ ਸੀ ਸ਼ਾਮਾਂ ਨੂੰ 7:30 ਵਜੇ ਦੁਕਾਨ ਵਧਾ ਦੇਣੀ ਹੈ, ਤਾਂ 8 ਵਜੇ ਉਹ ਗੁਰਦੁਆਰੇ ਪਹੁੰਚ ਜਾਂਦੇ ਸਨ। ਲਗਾਤਾਰ 8 ਤੋਂ 9 ਕਥਾ ਹੁੰਦੀ ਸੀ। ਉਹਨਾਂ ਰੋਜ਼ ਸ਼ਾਮ ਨੂੰ ਇਤਿਹਾਸ ਦੀ ਕਥਾ ਸੁਣਨੀ। 9 ਵਜੇ ਫਿਰ ਉਹਨਾਂ ਨੇ ਆਪਣੇ ਘਰਾਂ ਨੂੰ ਚਲੇ ਜਾਣਾ, 9:30 ਘਰ ਪਹੁੰਚਣਾ, ਫਿਰ ਭੋਜਨ ਪ੍ਰਸ਼ਾਦਾ ਛਕ ਕੇ ਰੋਜ਼ ਦਾ ਨਿਯਮ ਸੀ 11 ਵਜੇ ਸੌਂ ਜਾਂਦੇ ਸਨ। ਜਦੋਂ ਹਰ ਰੋਜ਼ ਸੰਗਤ ਕਰਨ ਲੱਗ ਪਏ ਤਾਂ ਸਾਧ ਸੰਗਤ ਜੀਵਨ ਵਿੱਚ ਬੜਾ ਆਨੰਦ, ਬੜਾ ਸਕੂਨ
ਮਨ ਦੇ ਅੰਦਰ ਹੁੰਦਾ ਸੀ 8 ਵਜੇ ਗੁਰਦੁਆਰੇ ਪਹੁੰਚਣਾ ਹੈ। ਪਾਤਸ਼ਾਹ ਨੇ ਐਸਾ ਲੋਭ ਦੀ ਪ੍ਰੀਖਿਆ ਉਹਨਾਂ ਦੇ ਸਾਹਮਣੇ ਪਾਈ। ਉਹ ਖੁਦ ਦੱਸੇ, ਉਹ ਕਹਿੰਦਾ ਭਾਈ ਸਾਹਿਬ ਜੀ ਇੱਕ ਦਿਨ ਇਸ ਤਰ੍ਹਾਂ ਦਾ ਲੋਭ ਪੈਦਾ ਹੋਇਆ, ਰੋਜ਼ ਦਾ ਬਣਿਆ ਹੋਇਆ ਨਿਯਮ ਟੁੱਟ ਗਿਆ। ਉੱਧਰ ਅਸੀਂ 7:30 ਵਜੇ ਦੁਕਾਨ ਵਧਾਉਣ ਲੱਗੇ, ਉੱਧਰ ਇੱਕ ਮਹਿੰਗੀ ਗੱਡੀ ਵਿੱਚ NRI ਬੰਦੇ ਆ ਕੇ ਖਲੋ ਗਏ। ਉਹਨਾਂ ਕਿਹਾ ਅਸੀਂ ਕੱਪੜਾ ਵੇਖਣਾ, ਘੱਟੋ ਘੱਟ 40-50 ਹਜ਼ਾਰ ਦਾ ਕੱਪੜਾ ਲੈਣਾ। ਕਹਿੰਦੇ ਮਨ ਦੇ ਅੰਦਰ ਲੋਭ ਪੈਦਾ ਹੋ ਗਿਆ। ਚਲੋ ਕੱਪੜਾ ਤਾਂ ਉਹਨਾਂ ਨੂੰ 20-22 ਹਜ਼ਾਰ ਦਾ ਪਸੰਦ ਆਇਆ, ਪਰ ਕਹਿੰਦਾ ਮੈਨੂੰ 20-22 ਹਜ਼ਾਰ ਤਾਂ ਮਿਲ ਗਿਆ। ਉਸ ਦਿਨ ਮੇਰੀ ਗੁਰਦੁਆਰੇ ਦੀ ਸੰਗਤ ਰਹਿ ਗਈ, ਕਿਉਂਕਿ ਉਹ ਕੱਪੜਾ ਪਸੰਦ ਕਰਦਿਆਂ ਵੇਖਦਿਆਂ ਉਹਨਾਂ ਘੰਟਾ, ਸਵਾ ਘੰਟਾ, ਅੱਧਾ ਘੰਟਾ ਲਾ ਦਿੱਤਾ। ਵਕਤ ਨਾ ਰਿਹਾ ਗੁਰਦੁਆਰੇ ਜਾਣ ਦਾ, ਕਿਉਂਕਿ 2 ਸੂਟ ਖਰੀਦਣੇ ਹੋਣ ਤਾਂ ਲੋਕਾਂ ਨੂੰ 15-20 ਮਿੰਟ ਲੱਗ ਜਾਂਦੇ ਨੇ। ਉਹਨਾਂ 'ਤੇ ਇੰਨੇ ਕੱਪੜੇ ਖਰੀਦਣੇ ਸਨ, ਘੰਟਾ ਸਵਾ ਘੰਟਾ ਖਰਾਬ ਹੋ ਗਿਆ। ਉਹ ਕਹਿੰਦਾ ਭਾਈ ਸਾਹਿਬ ਗੁਰਦੁਆਰੇ ਦੀ ਸੰਗਤ ਰਹਿ ਗਈ, 9 ਉੱਥੇ ਹੀ ਵੱਜ ਗਏ। ਫਿਰ ਮਨ 'ਚ ਆਇਆ ਹੁਣ ਗੁਰਦੁਆਰੇ ਕੀ ਜਾਣਾ, ਸਿੱਧੇ ਘਰ ਨੂੰ ਚਲੇ ਗਏ। ਅਗਲੇ ਦਿਨ ਫਿਰ ਇਸੇ ਤਰ੍ਹਾਂ ਹੋਇਆ, ਦੁਕਾਨ ਬੰਦ ਕਰਨ ਲੱਗਿਆ ਕੋਈ ਗ੍ਰਾਹਕ ਆ ਗਿਆ। ਮਨ ਦੇ ਅੰਦਰ ਫਿਰ ਲੋਭ ਪੈਦਾ ਹੋ ਗਿਆ। ਕਹਿੰਦਾ ਭਾਈ ਸਾਹਿਬ ਤੁਸੀਂ ਹੈਰਾਨ ਹੋਵੋਗੇ, ਹੁਣ ਗ੍ਰਾਹਕ ਉਸੇ ਵਕਤ ਆਉਣ ਲੱਗ ਪਿਆ। ਜਿਹੜੀ ਦੁਕਾਨ 7:30 ਵਜੇ ਵਧਾ ਦਿੰਦੇ ਸਨ, 9-9 ਵਜੇ ਤੱਕ ਦੁਕਾਨਾਂ 'ਤੇ ਬਹਿਣ ਲੱਗ ਪਏ। ਇੱਕ ਵਕਤ ਆਇਆ ਜਿੱਦਣ ਮਾਨਸਿਕ ਤੌਰ 'ਤੇ ਉਹ ਦੁਖੀ ਹੋ ਗਏ। ਘਰ ਵਿੱਚ ਕ੍ਰੋਧ, ਕਲ ਕਲੇਸ਼, ਕਿਉਂਕਿ ਮਨ ਦੀ ਸ਼ਾਂਤੀ ਗਵਾਚ ਗਈ। ਇਹ ਮਨ ਫਿਰ ਰੱਜਦਾ ਨਹੀਂ ਹੈ, ਇਹਨੂੰ ਟਿਕਾਉਣਾ ਪੈਂਦਾ। ਪਾਤਸ਼ਾਹ ਨੇ ਬਚਨ ਕਹੇ ਭਾਈ ਇਹ ਤਾਂ ਸਵਾਣ ਦੀ ਨਿਆਈ ਹੈ। ਜਿਹੜਾ ਲੋਭ ਹੈ ਇਹਨੂੰ ਰਜਾਉਣ ਵਾਸਤੇ ਗੁਰੂ ਦਾ ਸ਼ਬਦ ਜਪ, ਸੰਗਤ ਕਰ, ਫਿਰ ਇਹ ਮਨ ਟਿਕ ਜਾਏਗਾ। ਫਿਰ ਮਨ ਸਬਰ ਵਿੱਚ ਆ ਜਾਂਦਾ। ਕਿਉਂ? ਅਕਾਲ ਪੁਰਖ ਵਾਹਿਗੁਰੂ ਦੇਣ ਵਾਲਾ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦਿਨ ਦੇ ਤੋਟ ਨਾ ਆਵੇ, ਅਗੰਤ ਭਰੇ ਭੰਡਾਰ। ਜੇ ਮਨ ਰੱਜ ਜਾਏ ਫਿਰ ਦੁਕਾਨਦਾਰ ਕਹਿੰਦਾ ਇਹ ਕਿਹੜਾ ਇੱਕ ਦਿਨ ਦਾ ਕੰਮ ਹੈ, ਕੱਲ ਫਿਰ ਦੁਕਾਨ ਖੋਲ੍ਹਣੀ ਹੈ। ਅੱਜ ਨਹੀਂ ਤੇ ਗ੍ਰਾਹਕ ਕੱਲ ਆ ਜਾਏਗਾ। ਉਹਦਾ ਮਨ ਸਬਰ ਵਿੱਚ ਟਿਕ ਜਾਂਦਾ। ਪਾਤਸ਼ਾਹ ਨੇ ਬਚਨ ਕਹੇ ਫਿਰ ਅਗਲੀ ਗੱਲ ਸ਼ੁਰੂ ਹੁੰਦੀ ਹੈ ਕਿ ਉਹ ਸੱਚ ਦੇ ਮਾਰਗ 'ਤੇ ਤੁਰਨ ਲੱਗ ਪੈਂਦੇ ਨੇ, ਹਰ ਰੋਜ਼ ਸੰਗਤ ਕਰਨ ਲੱਗ ਪੈਂਦੇ ਨੇ, ਜਪਣ ਲੱਗ ਪੈਂਦੇ ਨੇ। ਕਾਮ, ਕ੍ਰੋਧ, ਲੋਭ ਤੋਂ ਉਹਨਾਂ ਦੀ ਨਿਜਾਤ ਹੋ ਜਾਂਦੀ ਹੈ। ਫਿਰ ਉਹ ਮਾਰਗ 'ਤੇ ਤੁਰਦੇ ਉਹਨਾਂ ਦੀ ਸੋਭਾ ਹੋਣ ਲੱਗ ਪੈਂਦੀ, ਸੰਸਾਰ ਵਿੱਚ ਵੀ, ਰੱਬ ਦੇ ਘਰ ਵਿੱਚ ਵੀ ਵਡਿਆਈ ਹੁੰਦੀ। ਫਿਰ ਉਹਨਾਂ ਦਾ ਲੋਕ ਸੁਖੀ ਪਰਲੋਕ ਸੁਹੇਲਾ ਹੁੰਦਾ। ਜਦੋਂ ਕੋਈ ਬੰਦਾ ਧਰਮ ਕਮਾਉਣ ਲੱਗਦਾ ਉਹਦੀ ਦੁਨੀਆ ਵਿੱਚ ਫਿਰ ਵਡਿਆਈ ਹੁੰਦੀ ਹੈ। ਤਾਂ ਬਾਦਸ਼ਾਹ ਨੇ ਬਚਨ ਕਹੇ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਭਾਈ ਜਦੋਂ ਤੂੰ ਲੋਭ ਛੱਡ ਕੇ ਸੱਚ ਦੇ ਮਾਰਗ ਤੇ ਤੁਰੇਗਾ, ਜਹਾਨ ਤੇਰੀ ਉਸਤਤ ਕਰੇਗਾ, ਦੁਨੀਆ ਤੇਰੀ ਵਡਿਆਈ ਕਰੇਗੀ। ਕਿਉਂ? ਮਾਇਆ ਦੇ ਸੰਸਾਰ ਦੇ ਲੋਭ ਤੋਂ ਮੁਕਤ ਹੋ ਗਿਆ। ਮੈਂ ਇਸ ਤਰ੍ਹਾਂ ਦੇ ਸਾਧੂਆਂ ਦੇ ਦਰਸ਼ਨ ਕੀਤੇ ਨੇ ਜਿਨ੍ਹਾਂ ਕੋਲ ਗੁਰੂ ਘਰ ਦਾ ਕਈ ਕਿਲੋ ਸੋਨਾ ਹੁੰਦਾ ਸੀ, ਪਰ ਸਾਧ ਸੰਗਤ ਰੰਚਕ ਮਾਤਰ ਵੀ ਮਨ 'ਚ ਕਦੇ ਲੋਭ ਨਹੀਂ ਆਇਆ, ਮਨ ਦੇ ਅੰਦਰ ਲੋਭ ਨਹੀਂ ਪੈਦਾ ਹੋਇਆ। ਸ਼੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ, ਕਾਰ ਸੇਵਕ ਕਿਲਾ ਆਨੰਦਗੜ੍ਹ ਸਾਹਿਬ ਵਾਲੇ, ਸਾਧ ਸੰਗਤ ਜਿੱਦਣ ਉਹਨਾਂ ਨੇ ਸਰੀਰ ਛੱਡਣਾ ਸੀ 2 ਦਿਨ ਪਹਿਲਾਂ ਬਾਬਾ ਲਾਭ ਸਿੰਘ ਜੀ ਨੂੰ ਉਹਨਾਂ ਨੇ ਸੇਵਾ ਦਿੱਤੀ। ਉਦਣ ਇੱਕ ਗੱਲ ਕਹੀ, ਕਹਿੰਦੇ ਲਾਭ ਸਿੰਘ ਦੇਖੋ, ਕਹਿੰਦੇ ਬੇਟਾ ਕਿੰਨੇ ਚੋਲੇ ਟੰਗੇ ਹੋਏ ਨੇ ਕਮਰੇ 'ਚ ਸਾਡੇ। ਉਹ ਕਹਿੰਦੇ ਬਾਬਾ ਜੀ ਹੁਕਮ। ਕਹਿੰਦੇ ਨਹੀਂ ਗਿਣੋ। ਉਹ ਕਹਿੰਦੇ ਮਹਾਰਾਜ 4 ਚੋਲੇ ਟੰਗੇ ਹੋਏ ਆ ਖੱਦਰ ਦੇ। ਕਹਿੰਦੇ ਸਾਰੇ ਚੋਲਿਆਂ ਦੇ ਖੀਸੇ ਚੰਗੀ ਤਰ੍ਹਾਂ ਵੇਖ, ਜੇਬ ਚੰਗੀ ਤਰ੍ਹਾਂ ਵੇਖ, ਕਿਸੇ ਖੀਸੇ ਵਿੱਚ ਕੋਈ 1 ਰੁਪਈਆ ਵੀ 10ਵੇਂ ਪਾਤਸ਼ਾਹ ਦੇ ਘਰ ਦਾ ਨਹੀਂ ਰਹਿਣਾ ਚਾਹੀਦਾ। ਮੈਂ ਸਰੀਰ ਛੱਡਣ ਤੋਂ ਪਹਿਲਾਂ ਜੇ ਕੋਈ 1-2 ਰੁਪਈਏ ਕਿਸੇ ਜੇਬ ਵਿੱਚ ਨੇ ਉਹ ਕੱਢ ਕੇ ਤੈਨੂੰ ਸੇਵਾ ਦੇਣੀ ਚਾਹੁੰਦਾ। ਕਹਿਣ ਤੋਂ ਭਾਵ ਇਹ ਹੈ ਜਿਨ੍ਹਾਂ ਦੇ ਅੰਦਰ ਗੁਰੂ ਦਾ ਪ੍ਰੇਮ ਟਿਕ ਗਿਆ, ਉਹ ਸਾਧ ਸੰਗਤ 1 ਪੈਸੇ ਦਾ ਵੀ ਉਹਨਾਂ ਦੇ ਅੰਦਰ ਲੋਭ ਨਹੀਂ ਫਿਰ ਰਹਿੰਦਾ। ਔਰ ਪਾਤਸ਼ਾਹ ਫਿਰ ਬਚਨ ਕਹਿੰਦੇ ਭਾਈ ਇਸ ਮਾਰਗ 'ਤੇ ਤੁਰਿਆ ਸੰਸਾਰ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ, ਉਸਤਤ ਹੁੰਦੀ ਹੈ। ਅੱਜ ਕਿੰਨੇ ਸਾਲ ਗੁਜ਼ਰ ਗਏ, ਅੱਜ ਤੱਕ ਸੰਗਤ ਉਹਨਾਂ ਨੂੰ ਯਾਦ ਕਰਦੀ ਹੈ। ਤਾਂ ਮਹਾਰਾਜ ਨੇ ਕਿਹਾ ਸੱਚੇ ਮਾਰਗ ਚਲਦਿਆਂ
ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ। ਕਹਿੰਦੇ ਭਾਈ 68 ਤੀਰਥ, 8 ਤੇ 60 68, 68 ਤੀਰਥਾਂ ਦਾ ਸਾਰਾ ਹੀ ਪੁੰਨ ਫਲ ਕਦੋਂ ਮਿਲਦਾ? ਜੀ ਦਇਆ ਪਰਵਾਨ। ਕਹਿੰਦੇ ਜਦੋਂ ਭਾਈ ਤੂੰ ਜੀਵਾਂ ਉੱਤੇ ਦਇਆ ਕਰੇ। ਪਰਵਾਨ ਜਿਹੜਾ ਸਾਧ ਸੰਗਤ, ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਨ। ਇਹ ਕਦੋਂ ਪ੍ਰਵਾਨ ਹੁੰਦੇ? ਜਦੋਂ ਜੀਵਾਂ ਉੱਤੇ ਕੋਈ ਦਇਆ ਕਰਨ ਲੱਗ ਜਾਏ, ਕਿਸੇ ਦੇ ਅੰਦਰ ਦਇਆ ਪੈਦਾ ਹੋ ਜਾਏ, ਕਿਸੇ ਦਾ ਦੁੱਖ ਵੇਖ ਕੇ ਤੁਹਾਨੂੰ ਦਇਆ ਆ ਜਾਏ, ਸਮਝੋ ਤੁਸੀਂ 68 ਤੀਰਥਾਂ ਤੇ ਨਹਾਉਣ ਨਾਲੋਂ ਵੱਧ ਪੁੰਨ ਕਮਾ ਲਿਆ। ਜੇ ਕਿਸੇ ਉੱਤੇ ਦਇਆ ਨਾ ਆਵੇ ਫਿਰ ਕੀਤਾ ਹੋਇਆ ਕਰਮ ਵਿਅਰਥ। ਜੀਵਾਂ ਉੱਤੇ ਦਇਆ ਕਰਨੀ ਸਭ ਤੋਂ ਵੱਡਾ ਪੁੰਨ ਹੈ। ਕਿਸੇ ਜੀ ਉੱਤੇ ਦਇਆ ਪੈਦਾ ਹੋ ਜਾਣੀ, ਕਿਸੇ ਦਾ ਦੁੱਖ ਵੇਖ ਕੇ ਤੁਹਾਡਾ ਦਿਲ ਪਿਘਲ ਜਾਣਾ, ਇਹ ਸਭ ਤੋਂ ਵੱਡਾ ਸਾਧ ਸੰਗਤ ਪੁੰਨ ਹੈ ਦੁਨੀਆ ਦੇ ਅੰਦਰ। ਜੇ ਕਿਸੇ ਦੇ ਅੰਦਰ ਦਇਆ ਪੈਦਾ ਹੋ ਜਾਏ, ਤਾਈਓ ਪਾਤਸ਼ਾਹ ਨੇ ਕਿਹਾ ਦਇਆ ਤੋਂ ਧਰਮ ਸ਼ੁਰੂ ਹੁੰਦਾ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਅੰਦਰ ਦਇਆ ਨਾ ਪੈਦਾ ਹੋਈ, ਜਿੰਨੇ ਮਰਜ਼ੀ ਪਾਠ ਕਰੀ ਜਾਵੇ ਕੋਈ, ਜਿੰਨੇ ਮਰਜ਼ੀ ਕੋਈ ਦੇਵੀ ਦੇਵਤੇ ਮਨਾ ਰਿਹਾ ਹੈ, ਜਿੰਨੀ ਦੇ ਅੰਦਰ ਜੀਵਾਂ ਤੇ ਦਇਆ ਨਾ ਪੈਦਾ ਹੋਵੇ। ਇੱਕ ਨਗਰ ਵਿੱਚ ਛੋਟਾ ਜਿਹਾ ਪਿੰਡ ਸੀ, ਸਾਰਾ ਹੀ ਮੁਸਲਮਾਨਾਂ ਦਾ ਪਿੰਡ। ਕਹਿੰਦੇ ਉਹ ਸਾਰੇ ਪਿੰਡ ਦੇ ਲੋਕ ਹਾਜੀ ਸਨ, ਮੱਕੇ ਕਾਬੇ ਜਾ ਕੇ ਹੱਜ ਗੁਜ਼ਾਰੀ ਸੀ। ਉਸ ਪਿੰਡ ਵਿੱਚ ਇੱਕ ਬੰਦਾ ਰਹਿੰਦਾ, ਉਹ ਕਦੇ ਹੱਜ ਕਰਨ ਨਹੀਂ ਗਿਆ। ਪਿੰਡ ਵਾਲਿਆਂ ਨੂੰ ਮਿਹਣਾ ਮਾਰਿਆ, ਇਕੱਠੇ ਹੋ ਕੇ ਉਹਦੇ ਘਰ ਗਏ 5-7 ਬੰਦੇ। ਕਹਿਣ ਲੱਗੇ ਯਾਰ ਤੂੰ ਤੇ ਸਾਡੇ ਪਿੰਡ ਤੇ ਕਲੰਕ ਹੈ, ਅਸੀਂ ਲੋਕਾਂ 'ਚ ਕਹਿਣਾ ਚਾਹੁੰਦੇ ਹਾਂ ਸਾਡਾ ਸਾਰਾ ਪਿੰਡ ਹਾਜੀਆਂ ਦਾ ਹੈ, ਭਾਵ ਹਰ ਬੰਦੇ ਨੇ ਹੱਜ ਕੀਤਾ ਹੋਇਆ, ਪਰ ਤੂੰ ਸਾਡੇ ਪਿੰਡ ਉੱਤੇ ਕਲੰਕ ਹੈ, ਤੂੰ ਕਦੇ ਹੱਜ ਕਰਨ ਨਹੀਂ ਗਿਆ, ਤੈਨੂੰ ਪੈਸੇ ਅਸੀਂ ਦੇ ਦਿੰਦੇ ਹਾਂ। ਉਹਨੇ ਕਿਹਾ ਨਹੀਂ, ਮੈਂ ਕਦੇ ਲੋੜ ਨਹੀਂ ਮਹਿਸੂਸ ਕੀਤੀ ਵੇ ਹੱਜ ਕਰਨਾ ਚਾਹੀਦਾ, ਹਾਂ ਰੱਬ ਦੀ ਨਵਾਜ਼ ਪੜ੍ਹੀ ਦੀ ਹੈ, ਨਾਮ ਜਪ ਲਈਦਾ। ਉਹਨੇ ਕਿਹਾ ਨਹੀਂ, ਤੂੰ ਸਾਡੇ ਪਿੰਡ ਉੱਤੇ ਕਲੰਕ ਹੈ, ਤੈਨੂੰ ਹੱਜ ਕਰਨਾ ਚਾਹੀਦਾ। ਉਹਨੇ ਕਿਹਾ ਠੀਕ ਹੈ ਜੀ, ਮੈਨੂੰ 1 ਮਹੀਨੇ ਦੀ ਮੋਹਲਤ ਦਿਓ, ਮੈਂ ਆਪਣੇ ਰਾਹ ਵੱਟੇ ਦਾ ਖਰਚ ਰਸਤਾ ਜੋੜ ਲਾਂ, ਜਦੋਂ ਮੈਂ ਰਸਤਾ ਤੇ ਖਰਚ ਜੋੜ ਲਾਂਗਾ ਅਗਲੇ ਮਹੀਨੇ ਹੱਜ ਜ਼ਰੂਰ ਕਰਾਂਗਾ। ਉਹਨੇ ਪੈਸੇ ਇਕੱਠੇ ਕਰ ਲਏ। ਮਹੀਨਾ ਲੰਘ ਗਿਆ, ਸਾਰੇ ਪਿੰਡ ਨੂੰ ਇੰਤਜ਼ਾਰ ਹੈ ਇਹ ਬੰਦਾ ਹੱਜ ਉੱਤੇ ਜਾਏਗਾ, ਕਾਬੇ ਜਾ ਕੇ ਹੱਜ ਗੁਜ਼ਾਰੇਗਾ, ਸਾਡਾ ਸਾਰਾ ਪਿੰਡ ਅਸੀਂ ਕਵਾਂਗੇ ਕੋਈ ਬੰਦਾ ਹੱਜ ਕਰਨ ਤੋਂ ਬਗੈਰ ਨਹੀਂ ਰਹਿੰਦਾ, ਸਾਰਾ ਪਿੰਡ ਹੱਜ ਜਾ ਕੇ ਆਇਆ। ਉਹਨੇ ਪੈਸੇ ਜੋੜ ਲਏ, ਲੋਕਾਂ ਨੂੰ ਇੰਤਜ਼ਾਰ ਹੈ ਉਹ ਮਹੀਨਾ ਪੂਰਾ ਹੋਣ ਦਾ। ਜਦੋਂ ਵਕਤ ਆਇਆ ਅਗਲੀ ਸਵੇਰ ਉਹਨੇ ਹੱਜ ਤੇ ਜਾਣਾ ਸੀ, ਉਹਨੇ ਕੱਪੜੇ ਵੀ ਗਠੜੀ ਵਿੱਚ ਬੰਨ੍ਹ ਲਏ, ਬੈਗ ਵਿੱਚ ਪਾ ਲਏ, ਰਾਹ ਵਾਟੇ ਦਾ ਖਰਚ ਵੀ ਲੈ ਲਿਆ, ਕੁਝ ਪੈਸੇ ਬੱਚਿਆਂ ਨੂੰ ਦੇ ਦਿੱਤੇ, ਵਿਆਹ ਤੁਹਾਡਾ ਮਹੀਨੇ ਦਾ ਖਰਚ ਹੈ, ਕਿਉਂਕਿ ਮੈਨੂੰ 1 ਮਹੀਨਾ ਲੱਗੇਗਾ ਕਾਬੇ ਜਾਣ ਆਉਣ ਨੂੰ। ਉਹਨੇ ਪੂਰੀ ਤਿਆਰੀ ਕਰ ਲਈ। ਰਸਤੇ ਵਾਸਤੇ ਉਹਦੇ ਘਰ ਵਾਲੀ ਨੇ ਪੰਜੀਰੀ ਵੀ ਬਣਾ ਦਿੱਤੀ, ਕਿਉਂਕਿ ਬਾਟ ਦੂਰ ਹੈ। ਉਹਦੀ ਪੂਰੀ ਤਿਆਰੀ ਮੁਕੰਮਲ ਸੀ। ਅਗਲੀ ਸਵੇਰ ਉਹਨੇ ਹੱਜ ਤੇ ਜਾਣਾ ਸੀ। ਅਚਾਨਕ ਸਵੇਰੇ ਸਵਖਤੇ ਉਹਦੇ ਘਰ ਦਾ ਕਿਸੇ ਨੇ ਦਰਵਾਜ਼ਾ ਖੜਕਾ ਦਿੱਤਾ। ਜਦੋਂ ਨੇ ਦਰਵਾਜ਼ਾ ਖੋਲ੍ਹਿਆ, ਲਾਗਲੇ ਪਿੰਡ ਤੋਂ ਉਹਦਾ ਕੋਈ ਜਾਣਕਾਰ ਮਿੱਤਰ ਹੈ, ਉਹ ਮੂੰਹ ਹਨੇਰੇ ਉਹਦੇ ਘਰ ਆ ਗਿਆ। ਉਹ ਤੇ ਉਹਦੇ ਘਰ ਵਾਲੀ ਬੇਗਮ ਦੋਵੇਂ ਪਹੁੰਚੇ ਤੇ ਉਹ ਹੁਣ ਮੁਸਲਮਾਨ ਪੁੱਛਦਾ, ਭਾਈ ਜਾਨ ਇੰਨੇ ਸਵਖਤੇ ਆਏ ਹੋ, ਕੀ ਗੱਲ ਸੁੱਖ ਤਾਂ ਹੈ? ਉਹਨਾਂ ਕਿਹਾ ਅੰਦਰ ਬਹਿ ਕੇ ਗੱਲ ਕਰਦੇ। ਬੈਠ ਗਏ। ਉਹ ਲਾਗਲੇ ਪਿੰਡ ਤੋਂ ਆਏ ਉਹਦੇ ਮਿੱਤਰ ਔਰ ਉਹਦੇ ਘਰ ਵਾਲੀ ਨੇ ਜਦੋਂ ਉਹਨੂੰ ਆਪਣਾ ਦੁੱਖ ਦੱਸਣ ਲਈ ਬੈਠੇ, ਅੱਖਾਂ ਭਰ ਕੇ ਰੋਣ ਲੱਗ ਪਏ। ਹੁਣ ਉਹ ਮੁਸਲਮਾਨ ਪੁੱਛਦਾ, ਵੇਖੋ ਰੋਵੋ ਨਾ, ਗੱਲ ਦੱਸੋ, ਗੱਲ ਕੀ ਹੈ? ਜੇ ਮਸਲਾ ਕੋਈ ਹੱਲ ਕਰਨ ਵਾਲਾ ਹੋਇਆ ਆਪਾਂ ਹੱਲ ਕਰਾਂਗੇ, ਇੰਨਾ ਮੂੰਹ ਹਨੇਰੇ ਤੁਸੀਂ ਆਏ ਹੋ, ਗੱਲ ਕੀ ਹੈ, ਰੋ ਕਿਉਂ ਰਹੇ ਹੋ? ਉਹ ਮੁਸਲਮਾਨ ਨੇ ਹੱਥ ਜੋੜ ਕੇ ਕਿਹਾ, ਮੈਂ ਆਪਣੀ ਲੜਕੀ ਦਾ ਵਿਆਹ ਰੱਖਿਆ ਹੋਇਆ ਹੈ, ਜਿਹੜੇ ਬੰਦੇ ਨੂੰ ਵਿਆਜੂ ਪੈਸੇ ਕਹੇ ਸਨ ਉਹ ਬੰਦਾ ਰਾਤੀ ਮੁੱਕਰ ਗਿਆ, ਵਿਆਹ ਵਿੱਚ 5-4 ਦਿਨ ਬਾਕੀ ਨੇ,
ਮੈਂ ਸਭ ਰਸਤਾਂ ਵੀ ਲਿਆਉਣੀਆਂ ਨੇ, ਵਿਆਹ ਦਾ ਪ੍ਰਬੰਧ ਵੀ ਕਰਨਾ ਹੈ, ਲੜਕੀ ਦਾ ਨਿਕਾਹ ਰੱਖਿਆ ਹੋਇਆ ਹੈ, ਜਿਹ ਤੋਂ ਪੈਸੇ ਲੈਣੇ ਸਨ ਉਹ ਰਾਤੀ ਮੁੱਕਰ ਗਿਆ, ਹੁਣ ਮੈਂ ਬੱਚੀ ਦਾ ਨਿਕਾਹ ਕਿਵੇਂ ਕਰਾਂਗਾ? ਤੇਰੇ ਤੋਂ ਸਿਵਾਏ ਹੋਰ ਸਾਡੇ ਕੋਈ ਧਿਆਨ ਵਿੱਚ ਨਹੀਂ ਆਇਆ, ਸਾਡੀ ਮਦਦ ਕਰ, ਮੈਨੂੰ ਪੈਸੇ ਚਾਹੀਦੇ ਨੇ, ਮੈਂ ਆਪਣੀ ਬੱਚੀ ਦਾ ਨਿਕਾਹ ਕਰ ਸਕਾਂ, 4 ਦਿਨਾਂ ਵਿੱਚ ਕਿੱਥੋਂ ਪ੍ਰਬੰਧ ਕਰਾਂਗਾ? ਜਦੋਂ ਦੋਵੇਂ ਜੀ ਆਪਣਾ ਦੁੱਖ ਦੱਸ ਕੇ ਅੱਖਾਂ ਭਰ ਕੇ ਰੋ ਰਹੇ ਸਨ ਤਾਂ ਉਹ ਮੁਸਲਮਾਨ ਨੇ ਕਿਹਾ, ਕੋਈ ਗੱਲ ਨਹੀਂ, ਤੁਸੀਂ ਚਿੰਤਾ ਨਾ ਕਰੋ, ਅੱਲਾਹ ਤਾਲਾ ਸਭ ਦੇ ਕਾਰਜ ਸਵਾਰਨ ਵਾਲੇ ਨੇ। ਮੈਂ ਹੱਜ ਗੁਜ਼ਾਰਨ ਜਾਣਾ ਸੀ, ਹੱਜ ਦੇ ਪੈਸੇ ਰੱਖੇ ਹੋਏ ਨੇ, ਆ ਲਓ 100 ਰੁਪਈਆ ਰਜਤਪਣ ਮੇਰੇ ਕੋਲ ਹੈ, ਇਹਦੇ ਨਾਲ ਤੇਰਾ ਨਿਕਾਹ ਵਿਆਹ ਬੱਚੀ ਦਾ ਵਧੀਆ ਹੋ ਜਾਣਾ। ਹੱਜ ਦਾ ਕੀ ਹੈ? ਹੱਜ ਅਗਲੇ ਮਹੀਨੇ ਕਰ ਲਾਂਗੇ, ਹੱਜ ਹੀ ਕਰਨਾ ਹੈ। ਮੱਕੇ ਕਾਬੇ ਜਾਣਾ ਯਾਤਰਾ ਤੇ 2 ਮਹੀਨੇ ਰੁਕ ਕੇ ਵੀ ਜਾਇਆ ਜਾ ਸਕਦਾ। ਤੇਰੀ ਬੱਚੀ ਦਾ ਨਿਕਾਹ ਤਾਂ ਪੱਕਾ ਕੀਤਾ ਹੋਇਆ, ਆ ਲੈ ਪੈਸੇ ਤੂੰ ਵਰਤ ਲੈ, ਮੈਂ ਯਾਤਰਾ ਤੇ ਫਿਰ ਜਾ ਆਵਾਂਗਾ। ਉਹਨੇ ਜਿਹੜੇ ਪੈਸੇ ਹੱਜ ਕਰਨ ਵਾਸਤੇ ਰੱਖੇ ਸਨ ਉਹ ਸਾਰੇ ਪੈਸੇ ਉਹਨੂੰ ਦੇ ਦਿੱਤੇ। ਉਹ ਪੈਸੇ ਲੈ ਕੇ ਚਲੇ ਗਏ। ਉਹਨੇ ਕਈ ਵਾਰ ਧੰਨਵਾਦ ਕੀਤਾ ਤਾਂ ਉਹਨੇ ਕਿਹਾ ਵੀ ਧੰਨਵਾਦ ਮੇਰਾ ਨਾ ਕਰੋ, ਅੱਲਾਹ ਤਾਲਾ ਦਾ ਸ਼ੁਕਰਾਨਾ ਕਰੋ, ਇਹ ਪੈਸੇ ਉਹਦੇ ਹੱਜ ਵਾਸਤੇ ਰੱਖੇ ਸਨ ਤੁਹਾਨੂੰ ਦੇ ਦਿੱਤੇ। ਜਦੋਂ ਬੰਦੇ ਚਲੇ ਗਏ, ਸਵੇਰੇ ਦਿਨ ਚੜ੍ਹਿਆ, ਦੁਪਹਿਰ ਹੋ ਗਈ। ਜਦੋਂ ਸ਼ਿਖਰ ਦੁਪਹਿਰ ਉਹ ਘਰ ਤੋਂ ਬਾਹਰ ਨਿਕਲਿਆ, ਪਿੰਡ ਵਾਲੇ ਹੈਰਾਨ ਹੋ ਗਏ, ਇਹ ਬੰਦੇ ਨੇ ਤੇ ਅੱਜ ਸਵੇਰੇ ਹੱਜ ਤੇ ਜਾਣਾ ਸੀ। ਉਹਨੂੰ ਸਾਰੇ ਪੁੱਛਣ ਲੱਗ ਪਏ, ਕਹਿੰਦੇ ਤੂੰ ਤਾਂ ਹੱਜ ਤੇ ਜਾਣਾ ਸੀ, ਗਿਆ ਨਹੀਂ। ਉਹਨੇ ਕਿਹਾ ਵੀ ਮੈਂ ਪੈਸੇ ਕਿਸੇ ਹੋਰ ਨੂੰ ਵਰਤਣ ਲਈ ਦੇ ਦਿੱਤੇ, ਹੱਜ ਦਾ ਕੀ ਹੈ, ਮਹੀਨਾ ਰੁਕ ਕੇ ਗੁਜ਼ਾਰ ਲਾਂਗੇ ਫਿਰ ਜਾ ਆਵਾਂਗੇ। ਤਾਂ ਪਿੰਡ ਵਾਲੇ ਕਹਿਣ ਲੱਗੇ ਤੂੰ ਕੰਜੂਸ ਹੈ, ਤੂੰ ਲੋਭੀ ਹੈ, ਤੂੰ ਕਾਫਰ ਬੰਦਾ ਹੈ, ਤੂੰ ਹੱਜ ਤੇ ਜਾਣ ਬੁੱਝ ਕੇ ਨਹੀਂ ਜਾ ਰਿਹਾ, ਤੈਨੂੰ ਹੱਜ ਤੇ ਜਾਣਾ ਚਾਹੀਦਾ ਸੀ, ਤੂੰ ਸਾਡੇ ਪਿੰਡ ਤੇ ਕਲੰਕ ਹੈ। ਸਾਰੇ ਪਿੰਡ ਨੇ ਫੈਸਲਾ ਕੀਤਾ ਇਹਨੂੰ ਪਿੰਡੋਂ ਬਾਹਰ ਕੱਢ ਦਿਓ, ਇਹਦੇ ਨਾਲ ਰੋਟੀ ਬੇਟੀ ਦੀ ਸਾਂਝ ਬੰਦ ਕਰ ਦਿਓ। ਸਾਰਾ ਪਿੰਡ ਉਹਨੂੰ ਬੁਰਾ ਕਹਿਣ ਲੱਗ ਪਿਆ, ਪਰ ਹੈਰਾਨੀ ਦੀ ਹੱਦ ਨਾ ਰਹੀ। ਕਹਿੰਦੇ ਹਨ ਉਸ ਵਕਤ ਉਹਦੇ ਪਿੰਡ ਦੇ ਕੁਝ ਕਾਜੀ ਹੱਜ ਕਰਕੇ ਵਾਪਸ ਆਏ। ਉਹਨਾਂ ਪਿੰਡ ਵਿੱਚ ਆ ਕੇ ਕਿਹਾ, ਕਹਿੰਦੇ ਭਾਈ ਅੱਜ ਜਦੋਂ ਹੱਜ ਗੁਜ਼ਾਰਨ ਮੁਸਲਮਾਨ ਅਸੀਂ ਉੱਥੇ ਇਕੱਠੇ ਹੋਏ, ਉਸ ਵਕਤ ਕਹਿੰਦੇ ਫਰਿਸ਼ਤਾ ਪ੍ਰਗਟ ਹੋ ਕੇ ਗੱਲ ਕਹਿੰਦਾ, ਇਸ ਸਾਲ ਹੱਜ ਗੁਜ਼ਾਰਨ 2.5 ਲੱਖ ਮੁਸਲਮਾਨ ਆਇਆ, ਉਹਦੇ ਵਿੱਚੋਂ ਕਿਸੇ ਵੀ ਮੁਸਲਮਾਨ ਦਾ ਹੱਜ ਪ੍ਰਵਾਨ ਨਹੀਂ ਹੋਇਆ, ਇੱਕ ਮੁਸਲਮਾਨ ਦਾ ਹੱਜ ਅੱਲਾਹ ਤਾਲਾ ਨੂੰ ਪ੍ਰਵਾਨ ਹੋਇਆ। ਕਮਾਲ ਦੀ ਗੱਲ ਹੈ, ਉਹ ਮੁਸਲਮਾਨ ਹੱਜ ਕਰਨ ਹੀ ਨਹੀਂ ਆਇਆ, ਉਹਦਾ ਹੱਜ ਪ੍ਰਵਾਨ ਹੋ ਗਿਆ। ਪਿੰਡ ਵਾਲੇ ਹੈਰਾਨ ਹੋ ਗਏ, ਕਾਜੀ ਤੋਂ ਪੁੱਛਦੇ ਕਿਵੇਂ ਹੋ ਸਕਦਾ? ਕਹਿੰਦੇ ਹੋਇਆ, ਫਰਿਸ਼ਤੇ ਨੇ ਪ੍ਰਗਟ ਹੋ ਕੇ ਕਿਹਾ ਇਸ ਸਾਲ ਵਿੱਚ 2.5 ਲੱਖ ਮੁਸਲਮਾਨ ਨੇ ਹੱਜ ਕੀਤਾ, ਇੱਕ ਵੀ ਮੁਸਲਮਾਨ ਦਾ ਹੱਜ ਭਾਵ ਯਾਤਰਾ ਪ੍ਰਵਾਨ ਨਹੀਂ ਹੈ। ਇੱਕ ਮੁਸਲਮਾਨ ਦੀ ਯਾਤਰਾ ਸਫਲ ਹੋਈ ਹੈ, ਉਹਦਾ ਹੱਜ ਪ੍ਰਵਾਨ ਹੋਇਆ, ਪਰ ਕਮਾਲ ਦੀ ਗੱਲ ਉਹ ਹੱਜ ਕਰਨ ਹੀ ਨਹੀਂ ਆਇਆ। ਪੁੱਛਿਆ ਫਿਰ ਉਹਦਾ ਹੱਜ ਕਿਵੇਂ ਪ੍ਰਵਾਨ ਹੋ ਗਿਆ? ਕਹਿਣ ਲੱਗੇ ਉਹਨੇ ਪੈਸੇ ਜੋੜੇ ਸਨ, ਉਹਨੇ ਹੱਜ ਦੀ ਤਿਆਰੀ ਕੀਤੀ ਸੀ, ਉਹ ਮੱਕੇ ਕਾਬੇ ਜਾਣ ਲਈ ਬਿਲਕੁਲ ਤਿਆਰ ਸੀ। ਇੰਨੇ ਨੂੰ ਕੋਈ ਲੋੜਵੰਦ ਬੰਦਾ ਆਪਣੀ ਬੱਚੀ ਦੇ ਨਿਕਾਹ ਵਾਸਤੇ ਪੈਸੇ ਮੰਗਣ ਆ ਗਿਆ। ਉਹਨੇ ਹੱਜ ਲਈ ਜੋੜੇ ਹੋਏ ਪੈਸੇ ਉਹਦੀ ਮਦਦ ਕਰਕੇ ਦਇਆ ਕਰਕੇ ਉਹਨੂੰ ਦੇ ਦਿੱਤੇ। ਹੱਜ ਕਰਨ ਗਿਆ ਨਹੀਂ, ਪਰ ਕਿਸੇ ਤੇ ਦਇਆ ਕਰਨ ਨਾਲ ਘਰ ਬੈਠਿਆਂ ਹੀ ਹੱਜ ਹੋ ਗਿਆ। ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਹੇ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਕਿਸੇ ਉੱਤੇ ਤੁਹਾਨੂੰ ਦਇਆ ਆ ਜਾਏ, 68 ਤੀਰਥਾਂ ਦਾ ਪੁੰਨ ਫਲ ਮਿਲ ਜਾਂਦਾ ਹੈ। ਇਸ ਲਈ ਭਾਈ ਮਾਘ ਦੇ ਮਹੀਨੇ ਭਰਮਾਂ ਭੁਲੇਖਿਆਂ 'ਚ ਨਾ ਪੈ, ਜੀਬਾਂ ਉੱਤੇ ਦਇਆ ਕਰ, ਅਕਾਲ ਪੁਰਖ ਰੱਬ ਦਾ ਨਾਮ ਜਪ, ਆਪਣੇ ਕਰਮ ਚੰਗੇ ਕਰ, ਕਾਮ ਕ੍ਰੋਧ ਲੋਭ ਤੋਂ ਆਪਣਾ ਮਨ ਬਚਾਉਣ ਲਈ ਜਪ ਸਤਨਾਮ ਸ੍ਰੀ ਵਾਹਿਗੁਰੂ। ਅੱਗੇ ਫਿਰ ਮਹਾਰਾਜ ਨੇ ਬਚਨ ਕਹੇ, ਕਹਿੰਦੇ ਭਾਈ ਇਹ ਸਾਰਿਆਂ ਉੱਤੇ ਕਿਰਪਾ ਨਹੀਂ ਹੁੰਦੀ। ਮਹਾਰਾਜ ਫਿਰ ਕਿਹਨਾਂ ਤੇ ਹੁੰਦੀ ਹੈ? ਹਜ਼ੂਰ ਕਹਿੰਦੇ ਜਿਸ ਨੂੰ ਦੇਵੈ ਦਇਆ ਕਰ, ਜਿਹਦੇ ਉੱਤੇ ਰੱਬ ਦਇਆ ਕਰਕੇ ਗਿਆਨ ਦੇਵੇ, ਜਿਹਦੇ ਉੱਤੇ ਰੱਬ ਤਰਸ ਦਇਆ ਕਰੇ, ਉਹਨੂੰ ਸਮਝ ਆਉਂਦੀ ਹੈ। ਜਿਸ ਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਭਾਈ ਜਿਹਨੂੰ ਰੱਬ ਦਇਆ ਕਰਕੇ ਨਾਮ ਦੇਵੇ ਉਹ ਪੁਰਖ ਸਿਆਣਾ ਹੈ,
जे ते रब किरपा करे ਉਹੀ दया कर सकता है, जे ते रब दया करे ਉਹੀ नाम जप सकता है। अगे फिर महाराज ने बचन कहे, जिना मिलिया प्रभ अपना नानक तिन कुरबान। भाई जिन्हां नूं रब दा नाम चेते आउंदा है, जिन्हां नूं माघ दे महीने किसे ते दया आउंदी है, रब भी उन्हां तो कुरबान जांदा है। उन्हां तो कुरबान जाना चाहिए, बलिहार जाना चाहिए। क्यों? उन्हीं सच्चा धर्म कमा लिया। हजूर कहते माघ सुच्चे से कांडीए, जिन पूरा गुर मेहरवान। जिन्हां ते पूरा गुरु मेहरवान होया, वो माघ के महीने सुच्चे हो गए। वो तीर्थां ते नहा के सुच्चे नहीं होए, जीबां उत्ते दया करके सुच्चे हो गए। उन्होंने सुच्चे होने लई तीर्थां ते नहाउणा नहीं पिया, उन्हीं जपण वालियां दी संगत कीती, अकाल पुरख वाहिगुरू दा नाम जपिया। नाम जपण नाल वो सच्चे ते सुच्चे हो गए। और साध संगत जिन्हां उत्ते पूरे गुरु ने किरपा की, जिन पूरा गुर मेहरबान, जिन्हां उत्ते पूरा गुरु मेहरबान होया, उन्होंने सुझी दिती। उन्हीं उठद्यां बहिंद्यां तुरद्यां फिरद्यां जपिया सतनाम श्री वाहिगुरू। माघ दे महीने लोग जप तप करते हैं, पुन्न दान करते हैं, सेवा सिमरन करते हैं। पर पातशाह का हुक्म है, भाई पूरी जिंदगी ये जन्म मिले, जीबां उत्ते दया कर। कला माघ दे महीने दान ना कर, माघ दे महीने तीर्थां ते ना जा, जीबां उत्ते दया कर। ये जन्म मिले, उठद्यां बहिंद्यां जपीए सतनाम श्री वाहिगुरू। फिर हो जाते ने लोक सुखीए, परलोक सुहेले, नानक हर प्रभ आपे मिले। अज जिहड़ा ये माघ दा महीना है, इनू मुक्तसर साहब दे शहीदां दे दिन करके भी याद किया जाता है। क्योंकि माघी वाले दिन समुचा सिख पंथ मुक्तसर साहब दे शहीदां दी याद मनाउंदा है। क्योंकि मुक्तसर साहब दी वो धरती है जिथे भाई महा सिंह ते होर माझे दे मझैल 40 सिख शहादत का जाम पी गए। वो सिख जिहड़े गुरु गोबिंद सिंह महाराज नूं विदावा दे के गए। एक गल कमाल दी है, इतिहास कहता है जदों कागज ते विदावा लिखिया ना भाई महा सिंह ने, पातशाह ने कहा लिख के दे जाओ कि असीं तेरे सिख नहीं ते तू साडा गुरु नहीं। सिखां ने लिख के दिता है, गुरु ने नहीं लिख के दिता कि मैं तुहाडा गुरु नहीं हाँ। पातशाह ने कहा लिख के दे जाओ। भाई महा सिंह ने लिख दिता, महाराज जे तुसी साडी गल नहीं मननी, फिर असीं माझे दे मझैलां ने फैसला कीता है, असीं तुहानूं छड्ड के जा रहे हैं, असीं तुहाडे सिख नहीं। जदों विदावा लिख दिता, श्री गुरु गोबिंद सिंह महाराज जी ने उस कागज़ नूं बड़े प्यार नाल हत्थां विच लिया, उन्होंने फोल्ड करके एक तह लाई, फिर दूजे पासे नूं तह लाई, बड़े प्यार नाल वो कागज़ नूं संभालदियां हजूर ने खीसे विच पा लिया। कोल बैठे एक सिख ने पातशाह नूं कहा, महाराज जिहड़े तुहानूं बेमुख हो गए, जिहड़े तुहाडा साथ छड्ड गए, जिहड़े तुहानूं विदावा दे गए, उन्हां दा कागज़ क्यों साਂਭ साਂਭ के रखदे हो? इस कागज़ नूं सांभण दी की लोड़ है? जिहड़े तुहातों बेमुख ही हो गए, उन्हां दा कागज़ पाड़ के परां सुट्टो। पातशाह उन्हां दी लिखत रखण दी की लोड़ है? जिहड़े तुहाडा साथ ही छड्ड गए, उन्हां दा कागज़ पाड़ के परां सुट दिओ। पातशाह ने बचन कहे, नहीं भाई सिखो, ये महा सिंह दा लिखिया विदावा नहीं मैं कला जेब विच पाया। असलीयत यह है सिख बेमुख होए ने, गुरु बेमुख नहीं होया। सिख मैनू छड्ड के गए ने, मैं सिखां नूं नहीं छड्डिया, सिर्फ उन्हां वालों लिखवाया असीं तेरे सिख नहीं। पातशाह कहने मैं नहीं लिख के दिता कि मैं तुहाडा गुरु नहीं। एक पास्यों उन्हां विदावा दिता है, हजूर कहते ने ये विदावा मैं इसलिए जेब च पा के रखे है। भाई सिखो, मैं कला विदावा नहीं जेब च पाया, मैं भाई महा सिंह नूं अपने खीसे च पा लिया। महा सिंह मेरे तो दूर नहीं हो सकता, वो मैनू छड्ड गया, पर मैं उन्होंने छड्डिया नहीं है।
इसलिए मैं उन्होंने विदावा मां सिंह नूं अपने खीसे च पा लिया। वेखियो एक दिन वापस आउणगे। साध संगत बस दिन दो नहीं पे जिदन भाई महा सिंह और नाल दे सिख माई भाग कौर दी बंगार सुन के वापस आए। वजीर खान दीआं फौजां नाल खदराणे दी ढाब उत्ते श्री गुरु गोबिंद सिंह महाराज तक पहुँचण तो पहलां ही वजीरे दी फौज नूं रोक के घमसान दी जंग होई। उत्थे 40 ਦੇ 40 सिख शहादत का जाम पी गए। पातशाह ने सब नूं खिताब दिता, मेरा 10 हज़ारिया, मेरा 20 हज़ारी, आ मेरा 30 हज़ारी। भाई महा सिंह दे साह चलते सन। पातशाह ने सिर चुक के गोदी च रख लिया। मंग महा सिंह की चाहिए? अखां भर के रोंदे इक्को गल कही, सच्चे पातशाह जिहड़ा साडे कोलों विदावा लिखिया गया महाराज वो विदावा पाड़ दिओ। धन श्री गुरु गोबिंद सिंह महाराज जियां ने उत्थे विदावा पाड़िया। अज उत्थे गुरुद्वारा टुट्टी गंढी साहिब बनया होया। टुट्टी गंढनहार गोपाल सर्व जियां आपे प्रतपाल। आपां अरदास करिए इस जन्म विच जे आपां गुरु नालों किते इधर उधर होने महाराज नूं कहिए पातशाह साडियां भी टुट्टियां गंढ दिओ, सानूं दूर ना करिओ, अपने चरनां नाल जोड़िओ तां जो ये जीवन जन्म सफल हो सके। इन्नियां बेनतियां प्रवान करिओ। माग सुच्चे से कंढिए जिन पूरा गुर मेहरबान। सतगुरु सच्चे पातशाह किरपा बख्शिश करन। आपां सारिआं नूं नाम चेते आवे, सिੱਖੀ नाल जुड़िए, जीबां उत्ते दया करो, लोड़वंदां दी मदद करो। यही सब तो वड्डा धर्म है। सतगुरु गुरु ग्रंथ साहिब महाराज सारिआं उत्ते किरपा बख्शिश करन। उठदिआं बहिंदिआं सदा ही नाम चित आवे, भुल चुक दी खिमा बख्शणी। इन्नियां बेनतियां प्रवान करिओ। नानक नाम चढ़दी कला, तेरे भाणे सरबत दा भला। वाहिगुरु जी का खालसा, वाहिगुरु जी की फतेह।